ਆ ਉਹ ਜਿਹੜੀਆਂ ਪੋਲੀਟੀਕਲ ਸਰਕਲ ਹੈ ਜਿਹੜਾ ਉਹਦੇ 'ਚ ਬਹੁਤ ਸਾਰੇ ਲੋਕਾਂ ਨਾਲ ਹੋ ਰਹੀਆਂ ਜਿਹੜੀਆਂ ਕੁਝ ਓਪਨ ਹੈ, ਕੁਝ ਨਹੀਂ ਵੀ ਓਪਨ ਹੈਗੀਆਂ। ਗੁਪਤ ਤੌਰ ਤੇ ਉਹਨਾਂ ਦੇ ਮੀਟਿੰਗਾਂ ਦਾ ਦੌਰ ਚੱਲ ਰਿਹਾ। ਭਾਰਤੀ ਜਨਤਾ ਪਾਰਟੀ ਦਾ ਜਿਹੜਾ ਜਥੇਬੰਦਕ ਜਿਸ ਕਿਸਮ ਦਾ ਇਸ ਵੇਲੇ ਸਟਰਕਚਰ ਹੈਗਾ, ਉਹਦੇ 'ਚ ਜੇਪੀ ਨੱਡਾ ਭਾਵੇਂ ਪ੍ਰਧਾਨ ਨੇ, ਪਰ ਸੁਰਖੀਆਂ ਦੇ ਵਿੱਚ ਹਾਲੇ ਵੀ ਅਮਿਤ ਸ਼ਾਹ ਹੀ ਦਿਖਾਈ ਦਿੰਦੇ ਨੇ, ਕਿਉਂਕਿ ਜਿਹੜੇ ਫੈਸਲੇ ਲੈਣ ਦਾ ਜਿਹੜਾ ਓਵਰਆਲ ਸ਼ਾਇਦ ਜਿਹੜਾ ਕੰਮ ਹੈ ਉਹ ਅਮਿਤ ਸ਼ਾਹ ਹੀ ਕਰਦੇ ਆ, ਤੇ ਅਮਿਤ ਸ਼ਾਹ ਨੂੰ ਮਿਲਣਾ ਹੀ ਭਾਰਤੀ ਜਨਤਾ ਪਾਰਟੀ ਦੇ ਨਾਲ ਭਵਿੱਖੀ ਸਾਂਝ ਨੂੰ ਪੱਕਾ ਕਰਨਾ ਹੈ। ਪੰਜਾਬ ਦੀ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਹੈ ਉਹਨਾਂ ਚੋਂ ਵੀ ਕਿਸੇ ਨੂੰ ਨਹੀਂ ਮਿਲੇ ਕੈਪਟਨ ਅਮਰਿੰਦਰ ਸਿੰਘ, ਪਰ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਖੁਸ਼ ਬੜੀ ਹੈ ਵੀ ਸਾਨੂੰ ਕੈਪਟਨ ਅਮਰਿੰਦਰ ਦੇ ਰੂਪ ਦੇ ਵਿੱਚ ਇੱਕ ਵੱਡਾ ਚਿਹਰਾ, ਉਹ ਵੀ ਸਿੱਖ ਚਿਹਰਾ ਮਿਲ ਜਾਏਗਾ, ਉਹਦਾ ਉਹ ਲਾਭ ਲੈਣ ਦੀ ਕੋਸ਼ਿਸ਼ ਕਰਨਗੇ। ਤੋ ਦਿੱਲੀ 'ਚ ਰਹਿ ਕੇ ਅਮਿਤ ਸ਼ਾਹ ਨੂੰ ਮਿਲਣਾ, ਇੱਕ ਅੱਧੀ ਵਾਰੀ ਨਰਿੰਦਰ ਮੋਦੀ ਨੂੰ ਵੀ ਮਿਲੇ ਹੋਣਗੇ, ਤੇ ਅੱਜ ਫੇਰ ਉਹ ਅਮਿਤ ਸ਼ਾਹ ਨੂੰ ਮਿਲਣਗੇ। ਉਹਦੇ 'ਚ ਜਿਹੜੀਆਂ ਬਾਕੀ ਗੱਲਾਂ ਬਾਤਾਂ ਚੱਲਣਗੀਆਂ ਉਹ ਆਪਣੀ ਥਾਂ ਦੇ ਉੱਤੇ ਹੈ, ਕਿਸਾਨਾਂ ਦੇ ਇਸ਼ੂਜ਼ ਦੇ ਉੱਤੇ, ਪਰ ਭਵਿੱਖ ਦੀ ਜਿਹੜੀ ਦਾਅ-ਪੇਚਕ ਚੁਣਾਵੀ ਰਾਜਨੀਤੀ ਹੈ ਉਹ ਵੀ ਲਗਭਗ ਤੈਅ ਹੋ ਚੁੱਕੀ ਲੱਗਦੀ ਹੈ। ਅਮਿਤ ਸ਼ਾਹ ਦੇ ਨਾਲ ਤੇ ਭਾਰਤੀ ਜਨਤਾ ਪਾਰਟੀ ਨਾਲ ਅਲਾਇੰਸ ਦੇ ਵਿੱਚ ਕੋਈ ਬਹੁਤਾ ਅੜਿੱਕਾ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਨੂੰ, ਪਰ ਉਹਨਾਂ ਨੇ ਪਿਛਲੇ ਹਫ਼ਤੇ ਸਾਫ਼ ਕੀਤਾ ਸੀ ਕਿ ਭਾਰਤੀ ਜਨਤਾ ਪਾਰਟੀ ਨਾਲ ਅਲਾਇੰਸ ਉਦੋਂ ਹੀ ਹੋਏਗਾ ਸਾਡਾ ਜਦੋਂ ਕਿਸਾਨਾਂ ਦਾ ਮੁੱਦਾ ਜਿਹੜਾ ਉਹਨੂੰ ਹੱਲ ਕਰ ਲਿਆ ਜਾਏਗਾ, ਉਸ ਤੋਂ ਪਹਿਲਾਂ ਨਹੀਂ। ਇੱਕ ਲਫ਼ਜ਼ ਉਹਨਾਂ ਨੇ ਵਰਤਿਆ ਸੀ ਕਿ ਭਾਰਤੀ ਜਨਤਾ ਪਾਰਟੀ ਨਾਲ ਪੋਲੀਟੀਕਲ ਡਾਇਲੋਗ ਉਦੋਂ ਹੀ ਸ਼ੁਰੂ ਹੋਏਗਾ ਜਦੋਂ ਕਿਸਾਨਾਂ ਦਾ ਮੁੱਦਾ ਹੱਲ ਕਰ ਲਿਆ ਜਾਏਗਾ। ਹੁਣ ਇਹਦੇ ਤੇ ਕਿੰਨਾ ਕੁ ਉਹ ਵਰਕ ਕਰਦੇ ਨੇ ਤੇ ਕਿੰਨਾ ਕੁ ਆਪਣੀ ਕਹੀ ਹੋਈ ਗੱਲ ਤੇ ਪਹਿਰਾ ਦਿੰਦੇ ਨੇ, ਇਹ ਤਾਂ ਹੁਣ ਉਹਨਾਂ ਤੇ ਮੁਨੱਸਰ ਕਰਦਾ। ਪਰ ਇਹਦੇ ਨਾਲ ਓਵਰਆਲ ਜੇ ਅਸੀਂ ਗੱਲ ਕਰਨੀ ਹੋਵੇ, ਇਸ ਐਕਸਰਸਾਈਜ਼ ਦੇ ਨਾਲ ਇਸ ਉਮਰ ਦੇ ਵਿੱਚ ਜਾ ਕੇ 80 ਸਾਲ ਦੀ ਉਮਰ ਉਹਨਾਂ ਨੇ ਆਪ ਹੀ ਦੱਸੀ ਹੈ ਵੀ ਮਾਰਚ ਵਿੱਚ ਮੈਂ 80 ਸਾਲ ਦਾ ਹੋ ਜਾਣਾ ਹੈ, ਤੇ 80 ਸਾਲ ਦੀ ਉਮਰ ਵਿੱਚ ਕੋਈ ਵਿਅਕਤੀ ਨਵੀਂ ਪਾਰਟੀ ਬਣਾਵੇ ਤੇ ਉਸ ਪਾਰਟੀ ਦੀ ਜਿਹੜੀ ਇੱਕ ਐਨਰਜੀ ਚਾਹੀਦੀ ਹੈ, ਊਰਜਾ ਚਾਹੀਦੀ ਹੈ, ਉਸ ਪਾਰਟੀ ਲਈ ਬਹੁਤ ਕੁਝ ਹੋਰ ਚਾਹੀਦਾ ਹੁੰਦਾ ਜਦੋਂ ਤੁਸੀਂ ਨਵਾਂ ਬਣਾਉਂਦੇ ਆ। ਭੱਜ ਨੱਠ ਜਿਹੜੀ ਚਾਹੀਦੀ ਹੈ ਉਹ ਕਿਵੇਂ ਹੋਏਗੀ, ਟੀਮ ਕਿਹੜੀ ਹੋਏਗੀ, ਹਾਲੇ ਵੀ ਟੀਮ ਦੀ ਕੋਈ ਕਲੈਰਿਟੀ ਨਹੀਂ ਹੈ। ਪਰ ਜਦੋਂ ਤੁਸੀਂ ਸਰਕਾਰ 'ਚ ਹੁੰਦੇ ਹੋ, ਮੁੱਖ ਮੰਤਰੀ ਹੁੰਦੇ ਹੋ ਜਾਂ ਕੁਝ ਵੀ ਹੁੰਦੇ ਹੋ, ਸਰਕਾਰ ਦਾ ਹਿੱਸਾ ਹੁੰਦੇ ਹੋ, ਤਾਂ ਤੁਹਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਹੁੰਦੇ ਆ। ਇੱਕ ਕਿਚਨ ਕੈਬਨਿਟ ਜਿਹੀ ਉਸਰ ਜਾਂਦੀ ਹੈ, ਆਪ ਮੁਹਾਰੀ ਕਿਚਨ ਕੈਬਨਿਟ, ਜਿਹੜੀ ਹਰ ਵਕਤ ਤੁਹਾਡੇ ਨਾਲ ਰਹਿੰਦੀ ਹੈ, ਤੇ ਤੁਹਾਨੂੰ ਸੱਤਾ ਦੇ ਨਸ਼ੇ 'ਚ ਪਤਾ ਵੀ ਨਹੀਂ ਲੱਗਦਾ ਕਿ ਇਹ ਜੋ ਕਿਚਨ ਕੈਬਨਿਟ ਤੁਹਾਨੂੰ ਸਲਾਹਾਂ ਦੇ ਰਹੀ ਹੈ ਤੁਹਾਡੇ ਤੁਹਾਡੇ ਨੂੰ ਤੁਹਾਨੂੰ ਫਰੂਟਫੁਲ ਵੀ ਹੈਗੀਆਂ ਜਾਂ ਨਹੀਂ, ਜਾਂ ਨੁਕਸਾਨ ਕਰਨ ਵਾਲੀਆਂ। ਜਦੋਂ ਸੱਤਾ 'ਚ ਨਹੀਂ ਹੁੰਦੇ ਤਾਂ ਕੋਈ ਦਿਖਾਈ ਨਹੀਂ ਦਿੰਦਾ। ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਹੀ ਕੁਝ ਹੋਇਆ ਹੈ। ਸੋ ਇਸ ਕਰਕੇ ਕੋਈ ਚਿਹਰੇ ਨਹੀਂ ਦਿਖਾਈ ਦੇ ਰਹੇ, ਜਿਹੜੇ ਚਿਹਰੇ ਇਹਨਾਂ ਦੇ ਨਾਲ ਦਿਖਾਈ ਦਿੰਦੇ ਸੀ ਕੈਪਟਨ ਸੰਦੀਪ ਸੰਧੂ ਵਰਗੇ, ਉਹ ਤਾਂ ਇਹਨਾਂ ਦੇ ਖਿਲਾਫ ਜਿਹੜੀਆਂ ਪ੍ਰੈਸ ਕਾਨਫਰੰਸਾਂ ਹੋਈਆਂ ਉਹਨਾਂ 'ਚ ਬੈਠੇ ਦਿਖਾਈ ਦਿੱਤੇ ਆ। ਕਿ ਢਿੱਲੋਂ ਜਿਹੜਾ ਕੁਸ਼ਲਦੀਪ ਸਿੰਘ ਢਿੱਲੋਂ ਐਮਐਲਏ ਆ, 2017 'ਚ ਅਕਾਲੀਆਂ ਨੂੰ ਛੱਡ ਕੇ ਕਾਂਗਰਸ 'ਚ ਆਇਆ ਤੇ ਫਿਰ ਐਮਐਲਏ ਬਣਿਆ ਕਾਂਗਰਸ ਵੱਲੋਂ, ਉਹ ਕੈਪਟਨ ਦਾ ਖਾਸਮ ਖਾਸ ਸਮਝਿਆ ਜਾਂਦਾ ਸੀ, ਉਹਨੂੰ ਮਾਰਕਫੈਟ ਦਾ ਚੇਅਰਮੈਨ ਲਾ ਦਿੱਤਾ ਗਿਆ। ਨਿੱਕੇ ਨਿੱਕੀਆਂ ਗਰਜਾਂ, ਨਿੱਕੇ ਨਿੱਕੇ ਜਿਹੜੇ ਐਮਐਲਏ ਆ, ਹੁਣ ਤੇ ਦਿਨ ਕਿਹੜੇ ਰਹਿ ਗਏ ਆ ਲੋਕਾਂ ਨੂੰ ਪਤਾ ਨਹੀਂ, ਮੈਨੂੰ ਤਾਂ ਸਮਝ ਨਹੀਂ ਆਉਂਦੀ ਬਈ 2-3 ਮਹੀਨੇ ਜਿਹੜੇ ਰਹਿ ਗਏ ਆ ਤੇ ਉਹਦੇ 'ਚ ਵੀ ਜਿੰਨਾ ਕੁ ਵੀ ਲਾਭ ਮਿਲੇ, ਕੋਈ ਲਾਭ ਲੈਣ ਨੂੰ ਬਸ ਤੁਰੇ ਫਿਰਦੇ ਆ, ਕੋਈ ਲੋਕਾਂ ਦੇ ਨਾਲ ਪ੍ਰਤੀਬੱਧਤਾ ਵਾਲਾ ਮਸਲਾ ਕਿਸੇ ਦਾ ਵੀ ਨਹੀਂ। ਦੋਸਤੀਆਂ ਵੀ ਜਿਹੜੀਆਂ ਆ ਉਹ ਸੱਤਾ ਦੇ ਨਾਲ ਜਾਂ ਜੁੜੀਆਂ ਹੋਈਆਂ ਦਿਖਾਈ ਦਿੱਤੀਆਂ। ਜਿੱਦਾਂ ਹੀ ਸੱਤਾ 'ਚ ਬੈਠੇ ਲੋਕ ਜਿਹੜੇ ਆ ਸੱਤਾ ਤੋਂ ਬੇਦਖਲ ਕੀਤੇ ਜਾਂਦੇ ਆ, ਰੌਣਕਾਂ ਜਿਹੜੀਆਂ ਪਰਤ ਜਾਂਦੀਆਂ, ਤੇ ਅਚਾਨਕ ਹੀ ਜਿਹੜੇ ਬੇਦਖਲ ਹੋਏ ਲੋਕ ਹੁੰਦੇ ਆ ਸੱਤਾ 'ਚ ਆ ਜਾਂਦੇ ਆ, ਤੇ ਉਹਨਾਂ ਦੀ ਚਿਹਰੇ ਦੀ ਰੌਣਕ ਵੀ ਤੇ ਉਹਨਾਂ ਦੇ ਆਲੇ ਦੁਆਲੇ ਵੀ ਰੌਣਕਾਂ ਵੱਧ ਜਾਂਦੀਆਂ। ਇਹੀ ਕੁਝ ਅਸੀਂ ਹੁਣ ਨਵੇਂ ਐਪੀਸੋਡ 'ਚ ਦੇਖ ਰਹੇ ਹਾਂ ਜੀ। ਜੀ ਦਸਾਂਝ ਸਾਹਿਬ ਜਿਹੜਾ ਪੋਲੀਟੀਕਲ ਡਾਇਲੋਗ ਕਹਿੰਦੇ ਆ ਕਿ ਉਦੋਂ ਹੋਊਗਾ ਜਦੋਂ ਕਿਸਾਨ ਮੂਵਮੈਂਟ ਦੇ ਬਾਰੇ ਗੱਲਬਾਤ ਮੇਰੀ ਉਹਨਾਂ ਨਾਲ ਮੁੱਕ ਜੇਗੀ ਜਾਂ ਕਿਸਾਨਾਂ ਦਾ ਮਸਲਾ ਹੱਲ ਹੋ ਜਾਏਗਾ, ਤੇ ਜਿਹੜਾ ਡਾਇਲੋਗ ਹੁਣ ਹੋ ਰਿਹਾ, ਜੋ ਗੱਲਬਾਤ ਉਹ ਕਰ ਰਿਹਾ, ਅਲਾਇੰਸ ਦੀ ਗੱਲ ਕਰ ਰਿਹਾ ਉਹਨਾਂ ਨਾਲ ਮਿਲ ਜੁਲ ਕੇ, ਉਹਨੂੰ ਕਿਹੜਾ ਡਾਇਲੋਗ ਕਹਿ ਸਕਦੇ ਆ? ਕਿ ਉਹ ਪੋਲੀਟਿਕਸ ਨਹੀਂ ਹੈ ਜਾਂ ਕੁਝ ਹੋਰ ਚੀਜ਼ ਹੈ? ਉਹ ਕਿਹੜਾ ਡਾਇਲੋਗ ਹੈ? ਉਹ ਕਿਹੜੀ 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 ਸਦਭਾਵਨਾ ਨਾਲ ਮਿਲ ਰਿਹਾ ਉਹ? ਦੇਖੋ ਉਹ ਤਾਂ ਸਿੱਧੀ ਜੀ ਗੱਲ ਹੈ, ਕਹਿਣਾ ਤੇ ਕਰਨਾ ਇਹਦੇ 'ਚ ਬਹੁਤ ਫਰਕ ਹੁੰਦਾ ਹੈ। ਜਿਹੜਾ ਪੋਲੀਟੀਕਲ ਡਾਇਲੋਗ ਕਿਸਾਨਾਂ ਦਾ ਮੁੱਦਾ ਹੱਲ ਹੋਣ ਤੋਂ ਬਾਅਦ ਹੀ ਬੀਜੇਪੀ ਦਾ ਹੋਏਗਾ, ਉਹਦਾ ਮਤਲਬ ਇਹ ਹੈ ਕਿ ਉਹ ਲੋਕਾਂ ਨੂੰ ਜਿਤਾਉਣਾ ਚਾਹੁੰਦੇ ਹੈ ਕਿ ਮੈਂ ਪੰਜਾਬ ਦਾ ਜਿਹੜਾ ਖਾਸ ਤੌਰ ਦੇ ਉੱਤੇ ਜਿਹੜਾ ਇਹ ਇਸ਼ੂ ਆ ਪੰਜਾਬ ਤੋਂ ਚੱਲਿਆ, ਕਿਸਾਨਾਂ ਦਾ ਇਸ਼ੂ ਜਿਹੜਾ ਹੁਣ ਇੱਕ ਵੱਡੇ ਅੰਦੋਲਨ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ, ਵੀ ਇਹਦੇ ਤੋਂ ਬਿਨਾਂ ਕੋਈ ਏਦਾਂ ਦੀ ਗੱਲ ਨਹੀਂ ਜਿਹੜੀ ਇੱਕ ਕਿਉਂਕਿ ਬਣ ਰਹੀ ਸੀ, ਇੱਕ ਨੈਰੇਟਿਵ ਜਿਹਾ ਉਸਰ ਰਿਹਾ ਸੀ
ਕਿ ਕੈਪਟਨ ਅਮਰਿੰਦਰ ਤਾਂ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਹੀ ਪੰਜਾਬ ਦੇ ਵਿੱਚ ਰਾਜ ਚਲਾ ਰਹੇ ਸੀ, ਜਾਂ ਬਾਦਲਾਂ ਨਾਲ ਰਲ ਕੇ। ਵੀ ਏਦਾਂ ਦੀ ਕੋਈ ਗੱਲ ਨਹੀਂ ਹੈ ਵੀ ਮੈਂ ਜਿੰਨੀ ਦੇਰ ਤੱਕ ਕਿਸਾਨਾਂ ਦਾ ਇਸ਼ੂ ਨਹੀਂ ਹੱਲ ਹੁੰਦਾ ਵੀ ਮੈਂ ਕੋਈ ਅਲਾਈਅੰਸ ਨਹੀਂ ਕਰੂੰਗਾ। ਪੋਲੀਟੀਕਲ ਡਾਇਲੋਗ ਦਾ ਇੱਥੇ ਮਤਲਬ ਅਲਾਈਅੰਸ ਕਰਨਾ ਹੀ ਆ, ਵੀ ਅਲਾਈਅੰਸ ਨਹੀਂ ਕਰੂੰਗਾ। ਤੇ ਅਲਾਈਅੰਸ ਤਾਂ ਹੀ ਕਰੂੰਗਾ ਜੇ ਕਿਸਾਨਾਂ ਦਾ ਇਸ਼ੂ ਜਿਹੜਾ ਹੱਲ ਹੋ ਗਿਆ। ਉਹ ਪੰਜਾਬ ਦੇ ਵਿੱਚ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਉਹ ਦਿੱਲੀ ਜਾ ਕੇ ਜੋ ਮਰਜ਼ੀ ਕਰੀ ਜਾਣ ਗੁਪਤ ਤਰੀਕੇ ਦੇ ਨਾਲ। ਉਹ ਇਹ ਨਹੀਂ ਹੈ ਕਿ ਉਹ ਰਾਜਸੀ ਗੱਲਬਾਤ ਨਹੀਂ ਚੱਲਦੀ। ਦਿੱਲੀ ਜਾ ਕੇ ਜਾਂ ਅਮਿਤ ਸ਼ਾਹ ਨਾਲ ਬੈਠਦੇ ਆ ਤੇ ਉਹ ਵੀ ਤਾਂ ਪੋਲੀਟੀਕਲ ਡਾਇਲੋਗ ਹੀ ਹੈ ਨਾ। ਭਾਵੇਂ ਉਹ ਕਹਿ ਲਓ ਵੀ ਫੌਰੀ ਤੌਰ ਦੇ ਉੱਤੇ ਟੈਂਪਰੇਰੀ ਤੌਰ ਦੇ ਉੱਤੇ ਕੀ ਕੀਤਾ ਜਾ ਸਕਦਾ ਹੈ, ਕਿਵੇਂ ਕਿਵੇਂ ਭਾਰਤੀ ਜਨਤਾ ਪਾਰਟੀ ਨੂੰ ਵਾਪਸ ਪੰਜਾਬ ਦੇ ਵਿੱਚ ਉਹਦੀ ਜ਼ਮੀਨ ਜਿਹੜੀ ਹੈ ਉਹ ਮੁਹੱਈਆ ਕਰਵਾਈ ਜਾ ਸਕਦੀ ਹੈ, ਉਹਦੇ 'ਚ ਕਿੱਦਾਂ ਕਿੱਦਾਂ ਕੈਪਟਨ ਅਮਰਿੰਦਰ ਸਿੰਘ ਮਦਦਗਾਰ ਹੋ ਸਕਦੀ ਹੈ। ਇਹ ਸਾਰੀਆਂ ਗੱਲਾਂ ਹੋ ਰਹੀਆਂ ਨਾ। ਇਹ ਕਿਹੜੀਆਂ ਕੋਈ ਗੈਰ ਸਿਆਸੀ ਗੱਲਾਂ ਹੈ। ਦਿੱਲੀ 'ਚ ਕੀਤੀ ਗੱਲ ਤੇ ਪੰਜਾਬ 'ਚ ਕੀਤੀ ਗੱਲ ਦੇ ਵਿੱਚ ਫਰਕ ਹੈ। ਪੰਜਾਬ ਦੇ ਵਿੱਚ ਤੁਸੀਂ ਫਿਰ ਉਹਨਾਂ ਲੋਕਾਂ 'ਚ ਜਾਣਾ ਆ, ਉਹਨਾਂ ਲੋਕਾਂ ਤੋਂ ਵੋਟਾਂ ਮੰਗਣੀਆਂ, ਜਿਹੜੇ ਲੋਕ ਜਿਹੜੇ ਤੁਸੀਂ ਸਮਝਦੇ ਆ ਕਿ ਤੁਹਾਡੇ ਪਿਛਲੇ ਕਾਰਜਕਾਲ ਦੇ ਵਿੱਚ ਤੁਹਾਨੂੰ ਵੋਟ ਕਰਕੇ ਗਏ ਆ, ਪਰ ਹੁਣ ਉਹ ਤੁਹਾਨੂੰ ਸਵਾਲ ਕਰ ਸਕਦੇ ਆ। ਉਹ ਤੁਹਾਨੂੰ ਇਹ ਸਵਾਲ ਕਰ ਸਕਦੇ ਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦਾ ਇਹ ਹਾਲ ਕਰ ਦਿੱਤਾ ਹੈ, ਜਿਹੜੀ ਭਾਰਤੀ ਜਨਤਾ ਪਾਰਟੀ ਨੇ 11 ਮਹੀਨੇ ਤੋਂ ਕਿਸਾਨਾਂ ਨੂੰ ਸੜਕਾਂ ਤੇ ਰੋਲਿਆ ਹੋਇਆ, ਦਿੱਲੀ ਦੇ ਬਾਰਡਰਸ ਤੇ ਘਰ-ਬਾਰ ਛੱਡ ਕੇ ਕਿਸਾਨ ਬੈਠੇ ਹੈ, ਉਹਦੇ ਨਾਲ ਤੁਸੀਂ ਕੇਸ ਬਣਾਤੇ ਜਾ ਰਹੇ ਹੋ। ਇਸ ਤੋਂ ਤਾਂ ਬਚਣਾ ਹੈ ਨਾ ਕੈਪਟਨ ਅਮਰਿੰਦਰ ਨੇ। ਉਹਨਾਂ ਨੂੰ ਪਤਾ ਹੈ ਕਿ ਜੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਪਿੰਡਾਂ 'ਚ ਵੜਨ ਨਹੀਂ ਦਿੱਤਾ ਜਾ ਰਿਹਾ ਤੇ ਜੇ ਕਿਸਾਨਾਂ ਦਾ ਇਸ਼ੂ ਹੱਲ ਨਹੀਂ ਹੁੰਦਾ ਤੇ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਦਿਖਾਈ ਦਿੰਦੇ ਆ ਤੇ ਲੋਕਾਂ ਨੇ ਕੈਪਟਨ ਅਮਰਿੰਦਰ ਨੂੰ ਵੀ ਕਿਤੇ ਖੜਨ ਨਹੀਂ ਦੇਣਾ। ਪੰਜਾਬੀਆਂ ਦੀ ਫਿਤਰਤ ਉਹਨਾਂ ਨੂੰ ਪਤਾ ਹੈ ਚੰਗੀ ਤਰ੍ਹਾਂ, ਤੇ ਖੁਦ ਉਹ ਇੱਕ ਪੰਜਾਬੀ ਨੇ ਤੇ ਉਹ ਵੀ ਜਿਹੜੀ ਹੈ ਰਾਜਨੀਤੀ ਖੇਡ ਰਹੇ ਨੇ। ਉਹ ਜਿਹੜੀ ਇੱਕ ਫਿਤਰਤ ਹੈ ਜ਼ਿੱਦ ਵਾਲੀ, ਉਹਦੇ 'ਚ ਹੀ ਆ। ਉਹ ਬਦਲਾ ਲਊ ਇੱਕ ਪੋਲਿਟਿਕਸ ਦੇ ਉੱਤੇ ਉਤਰੇ ਹੋਏ ਨੇ। ਜਿਹੜਾ ਉਹ ਕਹਿੰਦੇ ਨੇ ਵੀ ਜਦ ਤੱਕ ਪੰਜਾਬ ਨੂੰ ਮੈਂ ਪਹਿਰਾ ਸਿਰ ਨਹੀਂ ਕਰ ਦਿੰਦਾ, ਪੰਜਾਬ ਦਾ ਭਲਾ ਨਹੀਂ ਕਰ ਦਿੰਦਾ, ਮੈਂ ਤਾਂ ਨਹੀਂ ਸਿਆਸਤ ਛੱਡਦਾ। ਅਸਲ ਦੇ ਵਿੱਚ ਸਿੱਧੀ ਗੱਲ ਇਹ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਮੈਨੂੰ ਬਹੁਤ ਬੇਇੱਜ਼ਤ ਕੀਤਾ ਗਿਆ, ਬਹੁਤ ਮੈਂ ਅਪਮਾਨਿਤ ਹੋਇਆ, ਮੈਂ ਆਪਣੇ ਅਪਮਾਨ ਦਾ ਬਦਲਾ ਲੈਣਾ ਹੈ। ਤੇ ਜਿਹਨੇ ਅਪਮਾਨਿਤ ਕਰਨ ਦੀਆਂ ਸਥਿਤੀਆਂ ਜਿਹੜੀਆਂ ਉਹ ਪੈਦਾ ਕੀਤੀਆਂ ਜਾਂ ਸ਼ੁਰੂਆਤ ਕੀਤੀ ਨਵਜੋਤ ਸਿੰਘ ਸਿੱਧੂ, ਉਹਨੂੰ ਕਿਸੇ ਵੀ ਪੱਧਰ ਦੇ ਉੱਤੇ ਮੈਂ ਫੋਰ ਫਰੰਟ ਤੇ ਨਹੀਂ ਆਉਣ ਦੇਣਾ। ਇੱਕੋ ਇੱਕ ਨਿਸ਼ਾਨਾ ਲੈ ਕੇ ਉਹ ਚੱਲ ਰਹੇ ਨੇ ਤੇ ਪੰਜਾਬ ਨੂੰ ਆਪਣੀ ਇਸ ਬਦਲਾ ਲਓ ਪੋਲਿਟਿਕਸ ਦੇ ਰਾਹੀਂ ਜਿਹੜਾ ਆ ਉਹ ਹੋਰ ਜ਼ਿਆਦਾ ਪੱਠ ਵਿੱਚ ਝੋਕ ਰਹੇ ਨੇ। ਬਿਲਕੁਲ ਜੀ, ਬਦਲਾ ਲੈਣ ਦੀ ਭਾਵਨਾ ਨੂੰ ਭਾਵੇਂ ਅਸੀਂ ਨਕਾਰੀਏ ਕਿ ਚੰਗੀ ਨਹੀਂ ਹੁੰਦੀ, ਪਰ ਕਿਉਂਕਿ ਪੰਜਾਬੀਆਂ ਦਾ ਸੁਭਾਅ ਦਾ ਤੁਸੀਂ ਜ਼ਿਕਰ ਕੀਤਾ ਕਿ ਬਦਲਾ ਲਓ ਵਾਲੀ ਗੱਲ ਹੈ, ਤੇ ਫਿਰ ਜਿਹੜੇ ਪੰਜਾਬ ਦੇ ਲੋਕ ਨੇ, ਪੰਜਾਬ ਦੇ ਵੋਟਰ ਨੇ, ਪੰਜਾਬ ਦਾ ਆਵਾਮ ਆ, ਉਹ ਵੀ ਤਾਂ ਕੈਪਟਨ ਸਾਹਿਬ ਕੋਲੋਂ ਬਦਲਾ ਲਏਗਾ ਨਾ ਜੀ। ਜਿਸ ਤਰੀਕੇ ਨਾਲ ਉਹਨੇ ਪੰਜਾਬੀਆਂ ਨੂੰ ਅਪਮਾਨਿਤ ਕੀਤਾ ਪਿਛਲੇ 4.5 ਸਾਲ ਤੇ ਰਲ ਮਿਲ ਕੇ ਕੰਮ ਕੀਤੇ, ਸਰਕਾਰਾਂ ਚਲਾਈਆਂ, ਅਕਾਲੀਆਂ ਨਾਲ ਵੀ ਰਲੇ ਰਹੇ, ਬੀਜੇਪੀ ਨਾਲ ਵੀ ਰਲੇ ਰਹੇ, ਤੇ ਉਹਨਾਂ ਨੇ ਵੀ ਤੇ ਪੰਜਾਬੀਆਂ ਦਾ ਅਪਮਾਨ ਕੀਤਾ ਨਾ ਜੀ। ਇੱਥੋਂ ਤੱਕ ਕਿ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਗੁਰੂ ਸਾਹਿਬ ਦਾ ਵੀ ਅਪਮਾਨ ਕੀਤਾ। ਉਹਦਾ ਵੀ ਹਿਸਾਬ ਤੇ ਉਹਨਾਂ ਨੂੰ ਦੇਣਾ ਹੀ ਪਏਗਾ। ਜੇ ਬਦਲੇ ਦੀ ਭਾਵਨਾ ਨਾਲ ਕੰਮ ਕਰਨਾ ਤੇ ਫਿਰ ਬਦਲਾ ਲੈਣਾ ਪੰਜਾਬੀ ਵੀ ਤੇ ਜਾਣਦੇ ਆ। ਮੇਰੀ ਸਮਝ ਤੇ ਬਾਰ-ਬਾਰ ਆਉਂਦਾ ਜੀ, ਉਹਨੂੰ ਕੈਪਟਨ ਸਾਹਿਬ ਨੂੰ ਲੋੜੋਂ ਵੱਧ ਵੇਟੇਜ ਦਿੰਦਾ ਸਾਡਾ ਮੀਡੀਆ ਵੀ, ਤੇ ਸਾਡੇ ਜਿਹੜੇ ਜਰਨਲਿਸਟ ਤੋਂ ਇਲਾਵਾ ਕੁਝ ਵਿਦਵਾਨ ਲੋਕ ਵੀ ਜਿਹੜੇ ਕਹਿੰਦੇ ਆ ਕਿ ਉਹਦਾ ਔਰਾ ਬੜਾ, ਉਹ ਰਜਵਾੜਾ ਸ਼ਾਹੀ ਪਰਿਵਾਰ 'ਚ ਉਹਦਾ ਜੇ। ਮੇਰੇ ਹਿਸਾਬ ਨਾਲ ਤਾਂ ਕੈਪਟਨ ਦਾ ਯੁੱਗ ਖਤਮ ਹੋ ਗਿਆ। ਪਹਿਲਾਂ ਵੀ ਉਹ ਮਤਲਬ ਜਿੱਦਾਂ ਥੋਪਿਆ ਜਾਂਦਾ ਨਾ ਕੋਈ ਚੀਜ਼ ਨੂੰ, ਉਸ ਤਰ੍ਹਾਂ ਲੋਕਾਂ ਨੇ ਉਹਦਾ ਬਣਾ ਕੇ ਔਰਾ ਪੇਸ਼ ਕੀਤਾ ਸੀ। ਐਡੀ ਗੁਣ ਵਾਲੀ ਗੱਲ ਤੇ ਉਹ 'ਚ ਐਸੀ ਕੋਈ ਹੈ ਨਹੀਂ ਕਿ ਉਹਨੇ ਕੋਈ ਐਡਾ ਪਰਉਪਕਾਰ ਕੀਤਾ ਹੋਵੇ ਪੰਜਾਬੀਆਂ ਤੇ ਕਿ ਲੋਕ ਉਹਨੂੰ ਦੂਜੀ ਵਾਰ CM ਬਣਾ ਦੇਣ। ਮੇਰੀ ਸਮਝ ਤੇ ਉਹਦੇ ਤੋਂ ਨਖਿੱਧ ਵਿਅਕਤੀ ਮੈਨੂੰ ਲੱਗਦਾ ਸੁਖਬੀਰ ਬਾਦਲ ਵੀ ਨਾ ਹੋਵੇ ਸ਼ਾਇਦ। ਜਿੱਦਾਂ ਆਮ ਤੌਰ ਤੇ ਲੋਕਾਂ ਨੂੰ ਗੁੱਸਾ ਉੱਤੇ ਵੀ ਆ ਤੇ ਨਾਰਾਜ਼ਗੀ ਉਸੇ ਲੋਕ ਤੇ ਹੁੰਦੀ ਆ ਜਿਹੜਾ ਫੌਰੀ ਤੌਰ ਤੇ ਸਾਡੇ ਤੋਂ ਰਾਜ ਕਰਕੇ ਗਿਆ ਹੁੰਦਾ। ਲੋਕਾਂ ਦਾ ਗੁੱਸਾ ਕੁਝ ਮੱਧਮ ਪਿਆ ਹੋ ਸਕਦਾ ਬਾਦਲ ਪਰਿਵਾਰ ਤੋਂ, ਪਰ ਉਹਨਾਂ ਵੀ ਬੜੇ ਨਿਕੰਮੇ ਢੰਗ ਨਾਲ ਸਾਰਾ ਕੁਝ ਕੀਤਾ, ਔਰ ਉਹ ਤੋਂ ਵੀ ਭੈੜੇ ਢੰਗ ਨਾਲ ਇਹਨੇ ਜੋ ਕੁਝ ਕੀਤਾ, ਮੇਰੇ ਨਹੀਂ ਖਿਆਲ ਕਿ ਲੋਕ ਇਹਨੂੰ ਦੁਬਾਰਾ ਮੂੰਹ ਲਾਉਣਗੇ ਔਰ ਦੁਬਾਰਾ ਇਹ ਸੁਪਨਾ ਵੀ ਲੈ ਸਕਦੇ ਕਿ ਮੈਂ ਪੰਜਾਬ ਦੀ ਸਿਆਸਤ 'ਚ ਪਰਤ ਸਕੂੰਗਾ। ਹੱਥ ਪੈਰ ਮਾਰਨੇ ਆ ਉਹ ਮਾਰ ਲੈਣ ਜਿੰਨੇ ਮਰਜ਼ੀ। ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਦੁਬਾਰਾ ਉਹਨਾਂ ਨੂੰ ਓਨ ਕਰਨਗੇ। ਇਹੋ ਹੀ ਹਾਲ ਬਾਦਲ ਪਰਿਵਾਰ ਦਾ ਆ। ਜਿੰਨਾ ਚਿਰ ਸੁਖਬੀਰ ਬਾਦਲ ਨੂੰ ਗਲੋਂ ਨਹੀਂ ਲਾਉਂਦੇ ਅਕਾਲੀ ਦਲ ਵਾਲੇ, ਉਹਨਾਂ ਚਿਰ ਅਕਾਲੀ ਦਲ ਵੀ ਰਾਜ ਸੱਤਾ 'ਚ ਆਉਣ ਦੀ ਸ਼ਾਇਦ ਹੀ ਸੁਪਨੇ ਲੈਂਦਾ। ਅਗਲੀ ਸਰਕਾਰਾਂ ਜਿਹੜੀਆਂ ਬਣਨਗੀਆਂ, ਦੇਖਿਓ 1-2 ਸਰਕਾਰਾਂ ਰਲਾ ਗੋਬਲਾ ਜਿਹਾ ਹੋਊਗਾ, ਕੌਣ ਕਿੱਥੇ ਦਾ ਮਾਰ ਜਾਂਦਾ ਉਹ ਪਤਾ ਨਹੀਂ। ਕੋਈ ਇੱਕ ਧਿਰ ਇਸ ਵੇਲੇ ਨਜ਼ਰ ਨਹੀਂ ਆਉਂਦੀ ਜਿਹੜੀ ਕਹਿ ਸਕੇ ਕਿ ਮੈਂ ਆਪਣੇ ਬਲਬੂਤੇ ਸਰਕਾਰ ਬਣਾ ਲੂੰ। ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ, ਪਰ ਮਸਲਾ ਇਹ ਹੁੰਦਾ ਹੈ ਕਿ
ਰੂਟੀਨ ਦੇ ਵਿੱਚ ਜਿਸ ਤਰ੍ਹਾਂ ਦੀ ਸਾਡੀ ਇਸ ਵੇਲੇ ਦੀ ਪੋਲਿਟਿਕਸ ਚੱਲ ਰਹੀ ਹੈ, ਉਹਦੇ 'ਚ ਲੋਕ ਹਮੇਸ਼ਾ, ਜਿੱਦਾਂ ਮੈਂ ਅੱਗੇ ਵੀ ਕਹਿੰਦਾ ਹੁੰਦਾ, ਕਿ ਨਿੱਕੀਆਂ ਨਿੱਕੀਆਂ ਗਰਜਾਂ ਦੇ ਨਾਲ ਜੁੜੇ ਹੋਏ ਆ। ਹਾਲ ਫਿਲਹਾਲ ਵੀ ਜੇ ਮੇਰਾ ਮੰਨਣਾ ਹੈ, ਬਾਕੀ ਤਾਂ ਕੋਈ ਸਹਿਮਤ ਹੋਵੇ ਨਾ ਹੋਵੇ, ਹਾਲ ਫਿਲਹਾਲ ਵੀ ਜੇ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਸੈਂਟਰ ਸਟੇਜ ਤੇ ਆ ਜਾਂਦੇ ਆ ਵਾਪਸ ਕਾਂਗਰਸ ਪਾਰਟੀ ਦੀ, ਪੰਜਾਬ ਦੀ ਕਾਂਗਰਸ ਦੇ ਵਿੱਚ, ਤੇ ਤਾਲਮੇਲ ਜਿਹੜਾ ਆ ਉਹ ਜਿਹੜੀ ਇਸ ਵੇਲੇ ਦੀ ਸਰਕਾਰ ਹੈ ਚਰਨਜੀਤ ਸਿੰਘ ਚੰਨੀ ਦੀ, ਉਹਨਾਂ ਨਾਲ ਬਿਹਤਰ ਹੋ ਜਾਂਦਾ ਹੈ ਬੈਲੈਂਸ ਅਪਰੋਚ ਦੇ ਨਾਲ। ਤੇ ਸਾਰੇ ਕੁਝ ਦੇ ਬਾਵਜੂਦ, ਸਾਰੀਆਂ ਨਾਕਾਮੀਆਂ ਦੇ ਬਾਵਜੂਦ, ਕੈਪਟਨ ਅਮਰਿੰਦਰ ਤਾਂ ਹੁਣ ਹੈ ਨਹੀਂ। ਕੈਪਟਨ ਅਮਰਿੰਦਰ ਤਾਂ 4.5 ਸਾਲ ਰਾਜ ਕਰਕੇ ਗਏ ਆ। ਸੋ ਇੱਕ ਨੈਰੇਟਿਵ ਉਸਾਰ ਕੇ ਵੀ ਅਸੀਂ ਹੁਣ ਕਾਂਗਰਸ ਵਾਲੇ ਇਕੱਠੇ ਆ, ਕੋਈ ਦਿੱਕਤ ਨਹੀਂ ਹੈ। ਤੇ ਮੁੱਖ ਮੰਤਰੀ ਦੇ ਜਿਹੜੇ ਕਹਿ ਲਓ ਵੀ ਲਾਲਚ ਛੱਡ ਕੇ ਵੀ ਮੁੱਖ ਮੰਤਰੀ ਦਾ ਕੈਂਡੀਡੇਟ ਮੈਨੂੰ ਐਲਾਨ ਦਿੱਤਾ ਜਾਏ, ਜਾਂ ਚਰਨਜੀਤ ਸਿੰਘ ਚੰਨੀ ਦੇ ਮਨ 'ਚ ਵੀ ਹੋਵੇਗਾ ਕਿ ਮੈਂ ਹੁਣ ਮੁੱਖ ਮੰਤਰੀ ਬਣਾਇਆ ਗਿਆ ਤੇ ਮੈਨੂੰ ਕਿਉਂ ਨਹੀਂ ਜਿਹੜਾ ਅਨਾਉਂਸਲੀ ਕਿਹਾ ਜਾਂਦਾ ਕਿ ਇਹੀ ਸਾਡੇ ਮੁੱਖ ਮੰਤਰੀ ਹੋਣਗੇ। ਜੇ ਇਹ ਚੀਜ਼ਾਂ ਛੱਡ ਦਿੱਤੀਆਂ ਜਾਣ ਕੁਝ 2 ਮਹੀਨਿਆਂ ਲਈ, 4 ਮਹੀਨਿਆਂ ਲਈ, ਤਾਂ ਜਿਸ ਤਰ੍ਹਾਂ ਦੀ ਹਾਲਤ ਤੁਸੀਂ ਦੱਸੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਜਾਂ ਜਿਸ ਤਰ੍ਹਾਂ ਦੀ ਹਾਲਤ ਆਮ ਆਦਮੀ ਪਾਰਟੀ ਦੀ ਹੈ, ਤਾਂ ਫਿਰ ਲਾਜ਼ਮੀ ਤੌਰ ਦੇ ਉੱਤੇ ਭਾਵੇਂ ਬਹੁਤ ਮਾਈਨਰ ਜਿਹੇ ਮਾਰਜਨ ਨਾਲ ਸਹੀ ਕਾਂਗਰਸ ਪਾਰਟੀ ਰਿਪੀਟ ਹੋ ਸਕਦੀ ਹੈ। ਇਹ ਮੇਰਾ ਮੰਨਣਾ ਹੈ ਇਸ ਵੇਲੇ ਦੀ ਸਥਿਤੀ ਦੇ ਮੁਤਾਬਕ। ਨਹੀਂ ਤਾਂ ਜਿਸ ਤਰ੍ਹਾਂ ਦੇ ਹਾਲਾਤ ਤੁਸੀਂ ਦੱਸੇ ਉਦਾਂ ਦੇ ਹੋਣੇ ਆ, ਤੇ ਉਦਾਂ ਦੇ ਹਾਲਾਤ ਬਣਨ ਦੀ ਸੰਭਾਵਨਾ ਇਸ ਕਰਕੇ ਵੀ ਜ਼ਿਆਦਾ ਹੈ ਕਿਉਂਕਿ ਜਿਹੜਾ ਐਂਬੀਸ਼ੀਅਸ ਬੰਦਾ ਹੁੰਦਾ ਹੈ, ਤੇ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਵਰਗਾ, ਉਹ ਮੁੜਿਆ ਨਹੀਂ ਕਰਦਾ। ਉਹਨੇ ਬਾਰ-ਬਾਰ ਇੱਕ ਗੱਲ ਕਹਿ ਦਿੱਤੀ ਹੈ ਕਿ ਮੈਂ ਆਪਣੇ ਮੁੱਦਿਆਂ ਤੋਂ ਵਾਪਸ ਨਹੀਂ ਆਉਂਦਾ, ਮੈਂ ਤਾਂ ਇੱਥੇ ਰਹਿਣਾ ਹੈ। ਦੇਖੋ, ਇਹ ਜਿਹੜੇ ਮੁੱਦੇ ਉਠਾ ਰਹੇ ਨੇ, ਇਹ ਮੁੱਦੇ ਅਗਲੀ ਟਰਮ ਦੇ ਵਿੱਚ ਜਿਹੜੇ ਆ ਉਹਨਾਂ ਨੂੰ ਹੁਣ ਹੱਲ ਕੀਤਾ ਜਾ ਸਕਦਾ। ਇਹਨਾਂ ਮੁੱਦਿਆਂ ਤੇ ਹੁਣ ਕੰਮ ਹੀ ਨਹੀਂ ਹੋ ਸਕਦਾ ਕਿਉਂਕਿ ਜਿਹੜਾ ਸਮਾਂ ਸੀ ਉਹ ਤਾਂ ਗਵਾਚ ਗਿਆ, ਸਮਾਂ ਗਵਾ ਲਿਆ। ਪਹਿਲਾਂ ਕੈਪਟਨ ਨੇ ਗਵਾ ਲਿਆ, ਹੁਣ ਆ 1.5 ਮਹੀਨਾ ਹੋ ਗਿਆ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੂੰ। ਜੇ ਕਰਨਾ ਹੁੰਦਾ ਤਾਂ ਹੁਣ ਤੱਕ ਬਹੁਤ ਕੁਝ, ਭਾਵੇਂ ਉਹ ਦਿਖਾਵੇ ਦਾ ਹੀ ਹੁੰਦਾ, ਇੱਥੇ ਦਿਖਾਵੇ ਦਾ ਵੀ ਕੁਝ ਨਹੀਂ ਹੋਇਆ 1.5 ਮਹੀਨੇ ਦੇ ਵਿੱਚ। ਸਿਰਫ ਪਾਪੂਲਿਸਟ ਜੇ ਕੁਝ ਸਟੈਪ ਚੁੱਕੇ ਗਏ ਜਿਨ੍ਹਾਂ ਦੀ ਚਰਚਾ ਅਸੀਂ ਅਕਸਰ ਕਰਦੇ ਰਹਿੰਦੇ ਹਾਂ। ਇਮੇਜ ਬਿਲਡਿੰਗ ਹੋਈ ਹੈ ਚਰਨਜੀਤ ਸਿੰਘ ਚੰਨੀ ਦੀ, ਤੇ ਉਹ ਆਪਣੇ ਢੰਗ ਦੇ ਨਾਲ ਚੱਲ ਰਹੇ ਆ। ਪਰ ਹਾਲੇ ਵੀ ਇੱਕ ਵਕਤ ਹੈ, ਜੇ ਕਾਂਗਰਸ ਪੰਜਾਬ ਦੀ ਇਕੱਠੀ ਦਿਖੇ, ਭਾਵੇਂ ਉਹ 4 ਮਹੀਨੇ ਦਿਖੇ, ਚੋਣਾਂ ਤੋਂ ਬਾਅਦ ਜੋ ਹੋਣਾ ਬਾਅਦ ਦੀਆਂ ਗੱਲਾਂ, ਚੋਣਾਂ ਤੋਂ ਬਾਅਦ ਲੜ ਲੈਣ ਜਿਹੜਾ ਲੜਨਾ ਵੀ ਨਹੀਂ, ਮੈਨੂੰ ਚੇਅਰ ਚਾਹੀਦੀ ਹੈ, ਤੇ ਫਿਰ ਉਹ ਜਿਹੜੇ ਚੁਣੇ ਹੋਏ ਐਮਐਲਏ ਉਹਨਾਂ ਦੀ ਵੋਟਿੰਗ ਕਰਾ ਲੈਣ ਵੀ ਕੌਣ ਮੁੱਖ ਮੰਤਰੀ ਚਾਹੀਦਾ, ਚੰਨੀ ਚਾਹੀਦਾ ਜਾਂ ਨਵਜੋਤ ਸਿੰਘ ਸਿੱਧੂ ਚਾਹੀਦਾ, ਜਾਂ ਜਿੱਦਾਂ ਬਾਕੀ ਪਿਛਲੀ ਵਾਰੀ ਹੋਈ ਹੈ ਕੈਪਟਨ ਨੂੰ ਲਾਉਣ ਵੇਲੇ, ਏਦਾਂ ਦੀ ਕੋਈ ਕੰਸੈਂਸਸ ਜੇ ਬਣਾ ਲੈਣ। ਪਰ ਚੋਣਾਂ ਤੱਕ ਇਕੱਠੇ ਜੇ ਦਿਖਾਈ ਦੇਣ ਜੇ ਪੰਜਾਬੀਆਂ ਨੂੰ, ਤਾਂ ਲਾਜ਼ਮੀ ਮਾਈਨਰ ਜੇ ਮਾਰਜਨ ਨਾਲ ਸਹੀ ਇਹ ਸਰਕਾਰ ਜਾਂ ਕਾਂਗਰਸ ਪਾਰਟੀ ਰਿਪੀਟ ਹੋ ਸਕਦੀ ਹੈ। ਮੇਰਾ ਇਹ ਮੰਨਣਾ, ਕੋਈ ਮੈਨੂੰ ਸਹਿਮਤ ਹੋਵੇ ਨਾ ਹੋਵੇ, ਹਾਲ ਫਿਲਹਾਲ ਇਸ ਤਰ੍ਹਾਂ ਦੇ ਹਾਲਾਤ। ਜੀ, ਅੱਛਾ, ਜਿਹੜੀ ਪ੍ਰੈਸ ਕਾਨਫਰੰਸ ਦੀ ਗੱਲ ਫਿਰ ਮੈਨੂੰ ਇੱਕ ਧਿਆਨ ਆ ਰਿਹਾ, ਆਪਾਂ ਹੋਰ ਵੀ ਗੱਲਾਂ ਕਰਦੇ ਹਾਂ। ਜਿਹੜੀ ਪ੍ਰੈਸ ਕਾਨਫਰੰਸ 'ਚ ਤੁਸੀਂ ਕਿਹਾ ਕਿ ਉਹਨਾਂ ਨੇ ਇਹ ਮੰਨਿਆ ਕਿ ਮੇਰੀ ਏਜ 80 ਸਾਲ ਹੈ, ਉਹ ਕਿਸੇ ਹੋਰ ਸੰਦਰਭ 'ਚ ਮੰਨਿਆ। ਮੈਨੂੰ ਐ ਲੱਗਦਾ ਆ ਜਿੱਦਾਂ ਉਹਨਾਂ ਕਿਹਾ ਕਿ ਉਹ ਮੈਡਮ ਜਿਹੜੇ ਜਿਨ੍ਹਾਂ ਦਾ ਨਾਮ ਬਹੁਤ ਚਰਚਾ 'ਚ ਆ, ਉਹਨਾਂ ਦੀ ਉਮਰ ਇਸ ਵੇਲੇ 69 ਈਅਰ ਹੈ, ਮੈਂ 80 ਸਾਲ ਦਾ ਆ। ਅਤੇ ਮੈਨੂੰ ਹਾਲਾਤ ਇੱਦਾਂ ਦੇ ਲੱਗੇ ਜਿੱਦਾਂ ਜੇਲ੍ਹ 'ਚ ਜਾਣ ਤੋਂ ਬਾਅਦ ਆਸਾਰਾਮ ਕਹਿੰਦਾ ਸੀਗਾ ਕਿ ਮੈਂ ਤਾਂ ਬਹੁਤ ਬਜ਼ੁਰਗ ਹਾਂ, ਮੈਂ ਤਾਂ ਇਸ ਤਰ੍ਹਾਂ ਦਾ ਹੈ ਹੀ ਨਹੀਂ, ਮੇਰੇ ਤੇ ਪੱਲੇ ਹੀ ਕੁਛ ਨਹੀਂ ਆ। ਉਹੋ ਜਿਹੀ ਗੱਲ ਲੱਗਦੀ ਹੈ ਮੈਨੂੰ, ਭਾਵੇਂ ਲਾਈਟ ਮੂਡ 'ਚ ਇਹਨੂੰ ਲੈ ਲਓ। ਪਰ ਉਹਨਾਂ ਨੇ ਉਮਰ ਦਾ ਤਕਾਜ਼ਾ ਇਸ ਕਰਕੇ ਨਹੀਂ ਕਿਹਾ ਕਿ ਉਹ ਪੋਲੀਟਿਕਸ ਦੇ ਫਿੱਟ ਨਹੀਂ ਆ ਜਾਂ ਪੋਲੀਟਿਕਸ ਨਹੀਂ ਕਰ ਸਕਦੇ। ਉਹ ਤਾਂ ਕਹਿੰਦੇ ਰਹੇ ਕੱਲ੍ਹ ਤੱਕ ਕਿ ਜੇ ਬਾਦਲ 90 ਸਾਲਾਂ ਦਾ ਹੋ ਕੇ ਪੋਲੀਟਿਕਸ ਕਰ ਰਿਹਾ ਤੇ ਮੈਂ ਤਾਂ ਅਜੇ ਬਹੁਤ ਛੋਟਾ ਹਾਂ, ਅਤੇ ਮੈਂ ਤਾਂ ਅਜੇ ਬੜਾ ਕੁਝ ਕਰਨਾ। ਉਹਨਾਂ ਚਿਰ ਪੰਜਾਬੀਆਂ ਦਾ ਖਹਿੜਾ ਨਹੀਂ ਛੱਡਣਾ ਜਿੰਨਾ ਚਿਰ ਪੰਜਾਬ ਦੇ ਸਾਰੇ ਸੁਧਾਰ ਨਹੀਂ ਮੈਂ ਕਰ ਜਾਂਦਾ। ਸੋ ਉਮਰ ਦਾ ਤਕਾਜ਼ਾ ਤੇ ਉਹਨਾਂ ਦੂਜੇ ਸੰਦਰਭ 'ਚ ਹੀ ਦੱਸਿਆ। ਮੈਨੂੰ ਤੇ ਬਾਪੂ ਆਸਾਰਾਮ ਚੇਤੇ ਆ ਰਿਹਾ ਸੀ ਜਦੋਂ ਉਹ ਕਹਿ ਰਹੇ ਸੀ। ਦੇਖੋ, ਉਹਨਾਂ ਨੇ ਸਹੀ ਗੱਲ ਤੁਹਾਡੀ, ਰੂਸਾ ਆਲਮ ਦੇ ਹਵਾਲੇ ਨਾਲ ਜਦੋਂ ਗੱਲ ਚੱਲ ਰਹੀ ਸੀ, ਉਹਨਾਂ ਨੇ ਕਿਹਾ ਕਿ ਉਹ ਇੱਕ ਦਿਨ ਪਹਿਲਾਂ ਵੀ ਕਹਿ ਚੁੱਕੇ ਸੀ। ਰੂਸਾ ਆਲਮ ਨੇ ਵੀ ਜਿਹੜਾ ਇੱਕ ਲੰਮਾ ਚੌੜਾ ਬਿਆਨ ਜਾਰੀ ਕੀਤਾ, ਉਹਦੇ 'ਚ ਵੀ ਉਹਨੇ ਇਹ ਗੱਲ ਕਹੀ ਹੈ। ਉਹਨੇ ਵੀ ਉਮਰ ਦੀ ਗੱਲ ਕੀਤੀ ਹੈ ਕਿ ਜਦੋਂ ਅਸੀਂ ਮਿਲੇ ਸੀ ਪਹਿਲੀ ਵਾਰ 16 ਸਾਲ ਪਹਿਲਾਂ, ਤੇ ਮੈਂ 50 ਸਾਲ ਦੀ ਸੀ ਤੇ ਉਹ 60 ਸਾਲ ਦੇ ਸੀਗੇ, ਤੇ ਹੁਣ ਉਹ 80 ਸਾਲ ਦੇ ਹੋ ਜਾਣੇ ਆ ਤੇ ਮੈਂ 70 ਸਾਲ ਦੀ ਹੋ ਜਾਣਾ। ਤੇ ਲੋਕ ਸਾਡੇ ਰਿਸ਼ਤੇ ਨੂੰ ਸਮਝ ਨਹੀਂ ਰਹੇ ਬਹੁਤ। ਮਤਲਬ ਉਹਨੇ ਇੱਕ ਲੱਕੜ ਵਰਗੇ ਲਫ਼ਜ਼ ਵੀ ਵਰਤਿਆ ਪੰਜਾਬ ਦੇ ਇਸ ਵੇਲੇ ਦੇ ਉਹਨਾਂ ਸਿਆਸਤਦਾਨਾਂ ਬਾਰੇ, ਜਿਹੜੇ ਸਿਆਸਤਦਾਨਾਂ ਨੇ ਇਸ ਇਸ਼ੂ ਦੇ ਉੱਤੇ ਕੈਪਟਨ ਅਮਰਿੰਦਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਖਾਸ ਤੌਰ ਤੇ ਸੁੱਖੀ ਰੰਧਾਵਾ। ਤੇ ਇਹ ਗੱਲ ਉਹਨੇ ਵੀ ਕਹੀ ਤੇ ਇੱਧਰੋਂ ਕੈਪਟਨ ਨੇ ਵੀ ਕਹੀ ਵੀ ਮੈਂ ਮਾਰਚ ਵਿੱਚ 80 ਸਾਲ ਦਾ ਹੋ ਜਾਣਾ। ਤੇ ਰੂਸਾ ਆਲਮ
ਇਸ ਵੇਲੇ 69 ਸਾਲ ਦੀ, ਉਹਨੇ 70 ਸਾਲ ਦੀ ਹੋ ਜਾਣਾ ਹੈ। ਵੀ ਲੋਕ ਸਾਡੇ ਰਿਸ਼ਤੇ ਨੂੰ ਕਿਸੇ ਹੋਰ ਗਲਤ ਤਰੀਕੇ ਨਾਲ ਲੈ ਰਹੇ ਨੇ, ਜਿਹੜੀ ਗੱਲ ਠੀਕ ਨਹੀਂ ਹੈ। ਤੇ ਇਹਨੂੰ ਇਲੈਕਸ਼ਨ ਕਰਕੇ ਇੱਕ ਇਸ਼ੂ ਜਿਹੜਾ ਬਣਾਇਆ ਜਾ ਰਿਹਾ, ਇਹ ਕੈਪਟਨ ਅਮਰਿੰਦਰ ਨੇ ਕਿਹਾ। ਸੋ ਖੈਰ ਉਹਨਾਂ ਦਾ ਰਿਸ਼ਤਾ ਕੀ ਆ ਕੀ ਨਹੀਂ ਆ, ਪਰਿਵਾਰਕ ਰਿਸ਼ਤਾ, ਉਹ ਤਾਂ ਕਿਹਾ ਉਹਨੇ ਅਨੂਸ ਆਲਮ ਨੇ ਵੀ ਮੇਰੇ ਉਹ ਪਰਿਵਾਰਕ ਦੋਸਤ ਨੇ, ਤੇ ਮੈਂ ਮੋਤੀ ਮਹਿਲ 'ਚ ਵੀ ਰਹਿੰਦੀ ਰਹੀ ਹਾਂ, ਤੇ ਉਦੋਂ ਮੈਂ ਗੈਸਟ ਹਾਊਸ 'ਚ ਰਹਿੰਦੀ ਸੀ, ਤੇ ਉਦੋਂ ਪ੍ਰਨੀਤ ਕੌਰ ਹੋਰਾਂ ਨੂੰ ਮੈਂ ਮਿਲਦੀ ਰਹਿੰਦੀ ਸੀ। ਬਾਅਦ ਵਿੱਚ ਬਹੁਤ ਘੱਟ ਮਿਲੀ ਪ੍ਰਨੀਤ ਕੌਰ ਹੋਰਾਂ ਨੂੰ। ਤੇ ਬਾਕੀ ਮੈਂ ਉਹਨਾਂ ਦੇ ਬੱਚਿਆਂ ਨਾਲ ਵੀ, ਰਣਿੰਦਰ ਨਾਲ ਵੀ, ਤੇ ਕੈਪਟਨ ਦੀ ਨੂੰਹ ਨਾਲ ਵੀ, ਉਹਨਾਂ ਦੇ ਪੋਤੇ ਪੋਤੀਆਂ ਨਾਲ ਵੀ ਮੇਰਾ ਬਹੁਤ ਬਿਹਤਰ ਰਿਸ਼ਤਾ ਆ। ਤੇ ਇਹ ਜਗ ਜ਼ਾਹਰ ਹੈ, ਕੋਈ ਲੁਕਿਆ ਛਿਪਿਆ ਸਾਡਾ ਰਿਸ਼ਤਾ ਨਹੀਂ ਹੈ। ਏਦਾਂ ਦੀਆਂ ਗੱਲਾਂ ਦੋਵਾਂ ਪਾਸਿਆਂ ਤੋਂ ਹੋਈਆਂ, ਅਸੀਂ ਇਹਦੇ 'ਚ ਬਹੁਤਾ ਜਾਣਾ ਨਹੀਂ ਚਾਹੁੰਦੇ। ਜੀ ਬਿਲਕੁਲ। ਤੇ ਕਿਉਂਕਿ ਸਾਡੇ ਮੀਡੀਆ ਨੇ ਜਿਹੜਾ ਆ ਬਹੁਤ ਜ਼ਿਆਦਾ ਇਦਾਂ ਦਾ ਮਾਹੌਲ ਬਣਾ ਦਿੱਤਾ ਵੀ ਬਹਾਨਾ ਮਿਲ ਗਿਆ ਲੋਕਾਂ ਨੂੰ ਵੀ ਜਿਹੜੇ ਜਿਹੜੇ ਸੱਚਮੁੱਚ ਜਿਹੜੇ ਮੁੱਦੇ ਸੀਗੇ ਪੰਜਾਬ ਦੇ, ਉਹ ਕਿਤੇ ਪਿੱਛੇ ਰਹਿ ਗਏ ਨੇ। ਹੁਣ ਬਿਲਕੁਲ ਤਾਜ਼ਾ ਜਿਸ ਤਰੀਕੇ ਦੇ ਨਾਲ ਬਿਹੇਵ ਮੈਂ ਦੇਖਿਆ ਨਵਜੋਤ ਸਿੰਘ ਸਿੱਧੂ ਦਾ, ਜਦੋਂ ਕੈਪਟਨ ਅਮਰਿੰਦਰ ਪ੍ਰੈਸ ਕਾਨਫਰੰਸ ਕਰ ਰਹੇ ਸੀ, ਉਦੋਂ ਟਵੀਟ ਦਰ ਟਵੀਟ ਹਾਂਜੀ ਨਵਜੋਤ ਸਿੰਘ ਸਿੱਧੂ ਦੇ ਪ੍ਰੈਸ ਕਾਨਫਰੰਸ ਦੇ ਦੌਰਾਨ ਹੀ ਆ ਰਹੇ ਸੀ। ਉਹ ਕੈਪਟਨ ਨੂੰ ਸਿੱਧਾ ਉਹਨਾਂ ਤੇ ਹਮਲਾ ਬੋਲ ਰਹੇ ਸੀ। ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਹੁਣ ਇਹ ਲੱਗ ਰਿਹਾ ਹੈ ਵੀ ਇੱਕ ਵਾਰ ਫਿਰ ਕੈਪਟਨ ਦਾ ਇਸ਼ੂ ਉਠਾ ਦਿੱਤਾ ਜਾਏ, ਤੇ ਜਿਹੜਾ ਉਹਨਾਂ ਤੇ ਵੀ ਸਵਾਲ ਉੱਠਣੇ ਆ ਵੀ ਤੁਸੀਂ ਹੁਣ ਕਾਂਗਰਸ ਕੀ ਕਰਦੇ ਆ, ਤੁਹਾਡਾ ਮੁੱਦਾ ਤਾਂ ਕੋਈ ਹੱਲ ਹੋਇਆ ਨਹੀਂ। ਨਾ ਤੁਹਾਡੇ ਕਹੇ ਤੇ ਬਦਲੀਆਂ ਜਿਹੜੀਆਂ ਰੁਕੀਆਂ, ਤੇ ਨਾ ਤੁਹਾਡੇ ਕਹੇ ਦੇ ਉੱਤੇ ਉਸ ਕੋਈ ਸਮਝੌਤੇ ਰੱਦ ਹੋਏ, ਨਾ ਕੋਈ ਮਾਫੀਆ ਕੰਟਰੋਲ ਕੀਤਾ ਗਿਆ, ਨਾ ਕੋਈ ਬੇਅਦਬੀ ਦੇ ਮਾਮਲੇ ਦੇ ਵਿੱਚ 1 ਇੰਚ ਵੀ ਅੱਗੇ ਤੁਰਿਆ ਗਿਆ। ਤੇ ਹੁਣ ਕਾਂਗਰਸ 'ਚ ਕਰਦੇ ਕੀ ਆ ਤੁਸੀਂ? ਸ਼ਾਇਦ ਲੋਕਾਂ ਦਾ ਧਿਆਨ ਏਦਾਂ ਹੀ ਸੁੱਖੀ ਰੰਧਾਵਾ ਨੇ ਇਸ ਪਾਸੇ ਕੀਤਾ, ਅਰੂਸਾ ਆਲਮ ਨੂੰ ਸੈਂਟਰ 'ਚ ਲਿਆ ਕੇ, ਕਿਉਂਕਿ ਸੁੱਖੀ ਰੰਧਾਵਾ ਤੇ ਕੁਐਸਚਨ ਸੀ ਵੀ ਤੂੰ ਤਾਂ ਭਾਈ ਕੰਧ ਟੱਪ ਕੇ ਸੁਮੇਧ ਸੈਣੀ ਨੂੰ ਫੜ ਲੈਣਾ ਸੀ ਜੇ ਤੇਰੇ ਕੋਲ ਤਾਕਤ ਹੁੰਦੀ। ਹੁਣ ਕਿਹਦੇ ਕੋਲ ਤਾਕਤ ਹੈ? ਸੁੱਖੀ ਰੰਧਾਵਾ ਦੇ ਕੋਲ ਵੀ ਜਵਾਬ ਨਹੀਂ ਹੈ। ਜਿਹੜੇ ਸਭ ਤੋਂ ਜ਼ਿਆਦਾ ਵੋਕਲ ਹੁੰਦੇ ਸੀ ਬਾਦਲਾਂ ਦੇ ਖਿਲਾਫ, ਉਹਨਾਂ ਦੇ ਮੂੰਹ 'ਚ ਘੁੰਗਣੀਆਂ ਕਿਉਂ ਪੈ ਗਈਆਂ? ਇਸ ਕਰਕੇ ਉਹ ਅਰੂਸਾ ਆਲਮ ਨੂੰ ਲਾਇਆ ਵਿੱਚ। ਹਫ਼ਤਾ ਹੋ ਗਿਆ ਅਰੂਸਾ ਆਲਮ ਚੱਲ ਰਹੀ ਹੈ, ਹੁਣ ਹਫ਼ਤਾ ਕੈਪਟਨ ਅਮਰਿੰਦਰ ਨਵਜੋਤ ਸਿੰਘ ਸਿੱਧੂ ਚਲਾਉਣਗੇ। ਸੋ ਇਸ਼ੂਜ਼ ਦੇ ਉੱਤੇ ਜਦੋਂ ਤੁਹਾਡੀ ਅਕਾਊਂਟੇਬਿਲਿਟੀ ਹੈ ਤੇ ਤੁਸੀਂ ਜਵਾਬ ਦੇਣ ਦੀ ਹਾਲਤ ਵਿੱਚ ਨਹੀਂ ਹੁੰਦੇ, ਫਿਰ ਤੁਸੀਂ ਨੌਨ ਇਸ਼ੂਜ਼ ਜਿਹੜੇ ਆ ਉਹਨਾਂ ਨੂੰ ਅੱਗੇ ਲੈ ਆਓ। ਅੱਛਾ ਦਸਾਂਝ ਇਹੀ ਸਾਹਿਬ, ਸਾਡੀ ਪੋਲਿਟਿਕਸ ਤੁਹਾਡੀ ਨਜ਼ਰ 'ਚ ਕੀ ਵਜ੍ਹਾ ਹੋ ਸਕਦੀ ਆ ਕਿ ਜਿਹੜੇ ਬੇਸਿਕ ਇਸ਼ੂ ਨੇ ਜਿਨ੍ਹਾਂ ਨੂੰ ਲੈ ਕੇ ਕਾਂਗਰਸ ਦੀ ਸਰਕਾਰ ਬਣੀ ਸੀਗੀ, ਜਾਂ ਉਹਨਾਂ ਨੇ ਉਹ ਮੁੱਦੇ ਲੈ ਕੇ ਲੋਕਾਂ ਨੂੰ ਭਰਮਜਾਲ 'ਚ ਫਸਾਇਆ ਸੀ, ਜਿੱਦਾਂ ਜਿਹਦੇ 'ਚ ਬੇਅਦਬੀ ਦਾ ਮੁੱਦਾ ਆ, ਕੋਟਕਪੂਰਾ ਗੋਲੀ ਕਾਂਡ ਵਾਲਾ ਮੁੱਦਾ ਆ, ਜਾਂ ਡਰੱਗਸ ਦਾ ਮੁੱਦਾ ਆ, ਹੋਰ ਬੜੇ ਮੁੱਦੇ ਨੇ, ਪੰਜਾਬ ਦੀ ਬੇਰੁਜ਼ਗਾਰੀ ਦਾ ਮੁੱਦਾ ਆ, ਕੈਪਟਨ ਨੇ ਸਹੁੰ ਚੁੱਕੀ ਤੇ ਘਰ ਘਰ ਨੌਕਰੀ ਪੱਕੀ, ਇਹੋ ਜਿਹੇ ਨਾਅਰੇ ਦਿੱਤੇ ਸੀਗੇ, ਬਜ਼ੁਰਗਾਂ ਦੀ ਪੈਨਸ਼ਨ ਦਾ ਮੁੱਦਾ ਆ, ਉਹਨਾਂ ਦੀ ਹੈਲਥ ਦਾ, ਬੜੇ ਮੁੱਦੇ ਨੇ ਪੰਜਾਬ ਦੇ 'ਚ, ਗਿਣ ਲੱਗੀ ਇੱਕ ਸਿਰੇ ਤੋਂ ਲੈ ਕੇ ਅਖੀਰ ਤੱਕ ਮੁੱਦੇ ਹੀ ਮੁੱਦੇ ਨੇ। ਐਜੂਕੇਸ਼ਨ ਦਾ ਮੁੱਦਾ ਆ, ਬੇਰੁਜ਼ਗਾਰੀ ਦਾ ਆਪਾਂ ਕਰ ਹੀ ਚੁੱਕੇ ਹਾਂ। ਇਹਨਾਂ ਮੁੱਦਿਆਂ ਨੂੰ ਮਤਲਬ ਸਿੱਧਤ ਕਿਉਂ ਨਹੀਂ ਹੋ ਰਹੀ ਚੰਨੀ ਸਰਕਾਰ ਜਾਂ ਜਿਹੜੇ ਮੰਤਰੀ ਨੇ? ਕੀ ਵਜ੍ਹਾ, ਉਹਨਾਂ ਦੇ ਰਾਹ 'ਚ ਹਰਡਲ ਕੀ ਆ, ਅੜਿੱਕਾ ਕੀ ਆ? ਜੇ ਉਹ ਚਾਹਣ ਤੇ ਸਿੱਧੇ ਤੌਰ ਤੇ ਮਤਲਬ ਜੇ ਉਹਨਾਂ ਦੇ ਇਮਾਨਦਾਰੀ ਪਹੁੰਚ ਹੋਵੇ ਤੇ ਉਹ ਕਰਨਾ ਚਾਹਣ ਤੇ ਠੀਕ ਆ, ਕਾਨੂੰਨੀ ਦਾਅ ਪੇਚ ਹੋ ਸਕਦੇ ਆ, ਕੋਈ ਕੋਰਟ ਚਲ ਜਾਣਗੇ ਲੋਕ, ਕੁਝ ਬਹੁਤ ਸਾਰੇ ਮੁੱਦੇ ਇਹੋ ਜਿਹੇ ਜਿਹੜੇ ਸਿੱਧੇ ਤੌਰ ਤੇ ਉਹਨਾਂ ਨੂੰ ਐਡਰੈਸ ਕੀਤਾ ਜਾ ਸਕਦਾ। ਫਿਰ ਕੀ ਵਜ੍ਹਾ ਆ ਕਿ ਉਹ ਟਲਦੇ ਨੇ ਉਹਦੇ ਤੋਂ ਤੇ ਬਾਰ-ਬਾਰ ਇਹੋ ਜਿਹੇ ਮੁੱਦੇ ਸਾਹਮਣੇ ਲਿਆਉਂਦੇ ਨੇ ਜਿਹਦੇ ਨਾਲ ਅਸਲ ਮੁੱਦੇ ਛੁਪ ਜਾਣ? ਇਹਦੀ ਕੀ ਵਜ੍ਹਾ ਹੋ ਸਕਦੀ ਆ? ਤੁਸੀਂ ਕੀ ਸੋਚਦੇ ਇਹਦੇ ਬਾਰੇ? ਜਿਹੜੇ ਪਹਿਲੇ 4.5 ਸਾਲ ਜਿਹੜੇ ਕੈਪਟਨ ਅਮਰਿੰਦਰ ਦੇ ਰਹੇ ਆ, ਉਹ ਤਾਂ ਰੂਟੀਨ 'ਚ ਉਹਨਾਂ ਦਾ ਕੰਮ ਕਰਦਾ ਜਿਹੜਾ ਤਰੀਕਾ ਜਾਂ ਸ਼ੈਲੀ ਆ, ਉਹਦੇ ਮੁਤਾਬਕ ਹੀ ਉਹਨਾਂ ਨੇ ਕੰਮ ਕਰਨਾ ਸੀ। ਆਪਣੀ ਸ਼ਾਹਾਨਾ ਕਿਸਮ ਦੀ ਜੀਵਨ ਸ਼ੈਲੀ ਦੇ ਮੁਤਾਬਕ ਹੀ ਉਹਨਾਂ ਨੇ ਕੰਮ ਕੀਤਾ। ਸਾਰਾ ਕੁਝ ਅਫਸਰਸ਼ਾਹੀ ਤੇ ਸਿੱਟ ਦਿੱਤਾ। ਅਫਸਰਸ਼ਾਹੀ ਨੇ ਸਰਕਾਰ ਚਲਾਈ ਹੈ, ਤੇ ਅਫਸਰਸ਼ਾਹੀ ਹਮੇਸ਼ਾ ਏਦਾਂ ਕਰਿਆ ਕਰਦੀ ਹੈ ਜਿੱਦਾਂ ਹੁਣ ਹੋਇਆ ਆਪਣੇ ਨਾਲ। ਤੇ ਜਿਹੜੇ ਇਸ਼ੂਜ਼ ਸੀਗੇ ਉਹ ਕਿਤੇ ਪਿੱਛੇ ਪੈਂਦੇ ਚੱਲ ਗਏ, ਤੇ ਉਹਨਾਂ ਨੂੰ ਇਹ ਸੀ ਕਿ ਆਖਰੀ ਇਲੈਕਸ਼ਨ ਈਅਰ ਦੇ ਵਿੱਚ ਜਿਹੜਾ ਹੈ ਇਹਦੇ ਤੇ ਐਕਟਿਵ ਹੋਵਾਂਗੇ, ਤੇ ਇਲੈਕਸ਼ਨ ਈਅਰ ਦੇ ਵਿੱਚ ਕੁਝ ਮਸਲੇ ਜਿਹੜੇ ਆ ਉਹਨਾਂ ਨੂੰ ਸਾਰਟ ਆਊਟ ਕਰ ਲਾਂਗੇ, ਤੇ ਦੁਬਾਰਾ ਫਿਰ ਪੰਜਾਬ ਦੇ ਲੋਕਾਂ ਕੋਲ ਜਾਣ ਜੋਗੇ ਹੋ ਜਾਗੇ ਵੀ ਦੇਖੋ ਜੀ ਕਿੰਨਾ ਕੰਮ ਅਸੀਂ ਕਰ ਦਿੱਤਾ, ਜਿਹੜਾ ਹੁਣ ਵੀ ਉਹ ਕਹਿ ਰਹੇ ਆ 92% ਅਸੀਂ ਕੀਤਾ ਹੈ। ਸੋ ਇਲੈਕਸ਼ਨ ਈਅਰ 'ਚ ਆਉਂਦਿਆਂ ਉਹਨਾਂ ਦੇ ਖਿਲਾਫ ਇੱਕ ਮਾਹੌਲ ਜਿਹੜਾ ਬਣ ਗਿਆ, ਤੇ ਉਹਨਾਂ ਦੀ ਵਿਦਾਇਗੀ ਹੋ ਗਈ। ਹੁਣ ਜਦੋਂ ਆਏ ਨੇ ਚੰਨੀ ਹੋਰੀ, ਉਹਨਾਂ ਕੋਲ ਸਮਾਂ ਬਹੁਤ ਜ਼ਿਆਦਾ ਘੱਟ ਸੀ। ਦੂਜੀ ਗੱਲ, ਜਦੋਂ ਤੁਸੀਂ ਖੁਦ ਬਣ ਜਾਂਦੇ ਹੋ, ਇੱਦਾਂ ਦੀ ਸੀਟ ਤੇ ਪਹੁੰਚ ਜਾਂਦੇ ਹੋ, ਤੇ ਜਦੋਂ ਫਿਰ ਤੁਸੀਂ ਕੰਮ ਕਰਨ ਲੱਗਦੇ ਹੋ, ਤਾਂ ਫਿਰ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਦਿਖਾਈ ਦਿੰਦੀਆਂ ਵੀ ਇਹ ਤਾਂ ਅੜਿੱਕਾ ਹੋ ਸਕਦੇ ਆ,
ਹਰਡਲ ਬਣ ਸਕਦੀ ਹੈ, ਕਾਨੂੰਨੀ ਨੁਕਤਾ ਨਜ਼ਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਉਹਦੇ ਕਰਕੇ ਵੀ, ਕਿਉਂਕਿ ਜਿਹੜੀ ਪਹਿਲੀ ਮੀਟਿੰਗ ਹੋਈ ਜਦੋਂ ਹਾਲੇ ਬਾਕੀ ਵਜ਼ਾਰਤ ਦਾ ਗਠਨ ਨਹੀਂ ਸੀ, ਸਿਰਫ ਦੋ ਨਾਲ ਉਪ ਮੁੱਖ ਮੰਤਰੀ ਲਾਏ, ਓਮ ਪ੍ਰਕਾਸ਼ ਸੋਨੀ ਤੇ ਸੁਖੀ ਰੰਧਾਵਾ, ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਲਾਤਾ। ਉਸੇ ਦਿਨ ਇਹਨਾਂ ਦੀ 8 ਵਜੇ ਮੀਟਿੰਗ ਹੋਈ ਰਾਤ ਨੂੰ ਤੇ 11 ਵਜੇ ਤੱਕ ਚੱਲੀ। ਖਬਰਾਂ ਨਿਕਲ ਕੇ ਆਈਆਂ ਕਿ ਜਦੋਂ ਇਹਨਾਂ ਨੇ ਬੇਅਦਬੀ ਵਾਲੇ ਇਸ਼ੂਜ਼ ਦੀਆਂ ਫਾਈਲਸ ਦੇਖੀਆਂ, ਬਾਕੀ ਚੀਜ਼ਾਂ ਦੇਖੀਆਂ, ਤੇ ਕਹਿੰਦੇ ਵੀ ਇਹ ਤਾਂ ਹੋ ਹੀ ਨਹੀਂ ਸਕਦਾ, ਵੀ ਇਹ ਕਿੱਦਾਂ ਕਰਾਂਗੇ, ਇਹ ਤਾਂ ਫਸ ਜਾਾਂਗੇ ਜੇ ਆਪਾਂ ਇਹਨੂੰ ਇਦਾਂ ਦਾ ਕੰਮ ਕੀਤਾ। ਤੇ ਸਾਹਮਣੇ ਦਿਖਾਈ ਦੇਣ ਲੱਗ ਪਿਆ ਬੜਾ ਕੁਝ ਵੀ ਇਹ ਸੌਖਾ ਨਹੀਂ ਹੈ। ਉਦਣੇ ਫਾਈਲਾਂ ਜਿਹੜੀਆਂ ਠੰਡੇ ਬਸਤੇ ਚ ਪਾ ਦਿੱਤੀਆਂ ਗਈਆਂ, ਉਸ ਤੋਂ ਬਾਅਦ ਗੱਲੇ ਨਹੀਂ ਹੋਈ। ਨਹੀਂ, ਮੈਂ ਤੁਹਾਨੂੰ ਉਸ ਇੱਥੇ ਤੋਂ ਬਾਅਦ ਰੋਕਦਾ 1 ਸਿੱਧੂ ਮਿੰਟ ਸਾਹਿਬ ਲਈ, ਚੱਕੀ ਜਾਂਦੇ ਨੇ। ਦਸਾਂਝ ਸਾਹਿਬ 1 ਮਿੰਟ ਲਈ ਰੋਕਦਾ। ਹੋ ਸਕਦਾ ਨਾ ਫਾਈਲਾਂ ਪੜ੍ਹੀਆਂ ਹੋਣ, ਉਹਨਾਂ ਨੂੰ ਲੱਗਿਆ ਹੋਵੇ ਕਿ ਬੜੇ ਔਖੇ ਮੁੱਦੇ ਆ, ਅਸੀਂ ਇਹਨਾਂ ਨੂੰ ਹੱਲ ਨਹੀਂ ਕਰ ਸਕਦੇ। ਪਰ ਦੂਜੇ ਪਾਸੇ ਮਹੀਨਾ 1.5 ਮਹੀਨਾ ਜਦੋਂ ਸਾਹਮਣੇ ਨਜ਼ਰ ਆਉਂਦਾ ਹੈ ਕਿ ਅਗਲੀ ਵਾਰ ਸਾਡੀ ਟਰਮ ਆ ਹੀ ਨਹੀਂ ਸਕਦੀ ਜੇ ਅਸੀਂ ਕੁਝ ਨਹੀਂ ਕੀਤਾ, ਤੇ ਹੱਥ ਪਾਉਣ 'ਚ ਉਹਨਾਂ ਦਾ ਕੀ ਜਾਂਦਾ ਸੀ? ਗਵਾਚਾ ਤੇ ਸਾਰਾ ਕੁਝ ਪਹਿਲਾਂ ਹੀ ਆ, ਕੀ ਗਵਾਚੂਗਾ ਉਹਨਾਂ ਕੋਲੋਂ ਹੋਰ? ਜੇ ਉਹ ਸਪੋਜ਼ ਕਰੋ ਵੀ ਇਹਨਾਂ ਮੁੱਦਿਆਂ ਨੂੰ ਚੁੱਕ ਲੈਂਦੇ ਆ, ਕੋਰਟ 'ਚ ਜਾ ਕੇ ਸਟੇ ਹੋ ਜਾਣ, ਕੁਝ ਹੋ ਜਾਣ, ਜੋ ਮਰਜ਼ੀ ਹੋ ਜੇ, ਹੋਰ ਮੁੱਦੇ ਵੀ ਬੜੇ ਨੇ, ਮਤਲਬ ਭਰਤੀਆਂ ਦੇ ਮੁੱਦੇ ਆ, ਹੋਰ ਮੁੱਦੇ ਆ ਜਿਹੜੇ ਇਹਦੇ ਨਾਲ ਰਿਲੇਟਡ ਵੀ ਨੇ, ਨਹੀਂ ਵੀ ਰਿਲੇਟਡ। ਜੇ ਉਹਨਾਂ ਨੂੰ ਸਿੱਧੇ ਤੌਰ ਤੇ ਹੱਥ ਪਾ ਲੈਂਦੇ ਆ, ਉਹਨਾਂ ਦਾ ਨੈਗੇਟਿਵ ਅਸਰ ਇਹ ਕੀ ਹੋ ਜਾਊਗਾ ਉਹਨਾਂ ਤੇ? ਕੀ ਉਹਨਾਂ ਦਾ ਕੀ ਨੁਕਸਾਨ ਹੋ ਜਾਏਗਾ? ਉਹਨਾਂ ਕੋਲ ਗਵਾਉਣ ਲਈ ਹੈ ਕੀ? ਉਹਨਾਂ ਕੋਲ ਹੈਗਾ ਕੀ ਜਿਹੜਾ ਗਵਾਚ ਜਾਏਗਾ? ਦੇਖੋ ਗੱਲ ਇਹ ਆ ਵੀ ਜਿਹੜੇ ਖਾਸ ਤੌਰ ਦੇ ਉੱਤੇ ਸਿੱਧੇ ਤੌਰ ਤੇ ਅਦਾਲਤ ਦੇ ਨਾਲ ਜੁੜੇ ਹੋਏ ਮੁੱਦੇ ਨੇ, ਉਹਦੇ 'ਚ ਉਹਨਾਂ ਨੂੰ ਇਹ ਦਿਖਾਈ ਦੇ ਰਿਹਾ ਵੀ ਜੇ ਹੁਣ ਇਹਨਾਂ ਨੂੰ ਚੁੱਕਿਆ ਤੇ ਅਸੀਂ ਇਹ 'ਚ ਉਲਝ ਕੇ ਰਹਿ ਜਾਾਂਗੇ, ਤੇ ਜਿਹੜਾ ਥੋੜਾ ਬਹੁਤ ਕੰਮ ਕਰਨ ਵਾਲੇ ਆ, ਜਿਹੜੇ ਜਿੱਦਾਂ ਦਾ ਮੈਂ ਜ਼ਿਕਰ ਕਰਦਾ ਅਕਸਰ ਪੋਪੁਲਿਸਟ ਜਿਹੜੇ ਕੁਝ ਸਟੈਪ ਆ, ਉਹ ਵੀ ਪਿੱਛੇ ਪੈ ਜਾਣੇ ਆ। ਤੇ ਘੱਟੋ ਘੱਟ ਲੋਕਾਂ ਨੂੰ ਰਾਹਤ ਵਾਲੇ ਜਿਹੜੇ ਕੰਮ ਆ ਉਹ ਕਰ ਦਈਏ, ਚਾਹੇ ਉਹ ਭਰਤੀਆਂ ਦਾ ਮਾਮਲਾ ਹੋਵੇ, ਕੱਚਿਆਂ ਨੂੰ ਪੱਕੇ ਕਰਨ ਦਾ ਮਾਮਲਾ ਹੋਵੇ, ਜਾਂ ਕੁਝ ਹੋਰ ਲਾਭ ਦੇਣੇ ਹੋਣ, ਕੁਝ ਗ੍ਰਾਂਟਾਂ ਦੇਣੀਆਂ ਹੁਣ, ਇਦਾਂ ਦੇ ਕੰਮ ਜਿਹੜੇ ਆ ਉਹ ਕਰਨਾ ਚਾਹੁੰਦੇ ਆ, ਤਾਂ ਜੋ ਲੋਕਾਂ ਦੇ ਵਿੱਚ ਇਦਾਂ ਦੀ ਗੱਲ ਚੱਲ ਜਾਵੇ ਵੀ ਦੇਖੋ ਚੰਨੀ ਨੇ ਆ ਕੇ ਘੱਟੋ ਘੱਟ ਕੁਛ ਤਾਂ ਸਾਨੂੰ ਦਿੱਤਾ ਹੈ। ਜਿਹੜੇ ਇਹ ਇਸ਼ੂਜ਼ ਨੇ ਉਹਦੇ 'ਚ ਜਿਹੜੇ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਮਾਮਲਾ ਆ ਜਾਂ ਮਾਫੀ ਵਾਲੇ ਮਾਮਲੇ ਆ, ਉਹਦੇ 'ਚ ਇੱਕ ਤਾਂ ਕਾਨੂੰਨਨ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਤਾਂ ਆਪਣੀ ਥਾਂ ਤੇ ਆ। ਇੱਕ ਇਹ ਵੀ ਹੈ ਚੰਨੀ ਹੋਰੀ ਜਾਂ ਕੋਈ ਵੀ ਜਿਹੜਾ ਨਾਲ ਉਹਨਾਂ ਦੇ ਹੈਗਾ, ਸਿੱਧੂ ਨੂੰ ਛੱਡ ਦਈਏ ਆਪਾਂ, ਉਹ ਇਹ ਸਮਝਦੇ ਆ ਕਿ ਇਹ ਜਦੋਂ ਰਹਿ ਹੀ 2 ਮਹੀਨੇ ਗਏ ਆ ਤੇ ਅਸੀਂ ਇਦਾਂ ਦੇ ਮੁੱਦੇ ਛੇੜ ਕੇ ਬਾਦਲਾਂ ਨਾਲ ਦੁਸ਼ਮਣੀ ਕਾਹਤੇ ਲੈ ਲਈਏ? ਕੱਲ ਨੂੰ ਕਿਹਦੀ ਸਰਕਾਰ ਬਣਨੀ ਕਿਹਦੀ ਨਹੀਂ ਪਤਾ ਨਹੀਂ। ਤੇ ਇਸ ਕਰਕੇ ਜੇ ਹੁਣ ਜਾਂਦੇ ਜਾਂਦੇ 2 ਮਹੀਨਿਆਂ ਦੇ ਵਿੱਚ ਬਾਕੀਆਂ ਨੇ ਜੋ ਕਰਨਾ ਸੀ ਕਰ ਲਿਆ, 4.5 ਸਾਲ, ਤੇ ਹੁਣ ਮੈਂ ਮਤਲਬ ਮੈਨੂੰ ਲੱਗਦਾ ਕਿ ਚੰਨੀ ਹੋਰਾਂ ਦੇ ਮਨ 'ਚ ਹੈ ਵੀ ਮੈਂ ਕੱਲ ਹੀ ਫਸਣਾ, ਵੀ ਸਾਰਿਆਂ ਦੀ ਦੁਸ਼ਮਣੀ ਮੈਂ ਇਕੱਲਾ ਹੀ ਮੁੱਲ ਲੈ ਲਵਾਂ। ਵੀ ਲਓ ਜੀ ਚੰਨੀ ਨੇ ਆਉਂਦੇ ਹੀ ਬਾਦਲਾਂ ਨੂੰ ਵੀ ਅੰਦਰ ਕਰ ਦਿੱਤਾ, ਤੇ ਫਿਰ ਸਿਆਸਤ ਕਾਹਦੇ ਲਈ ਕਰਨੀ ਆ? ਕੁਝ ਹੋਰ ਕੰਮ ਕਰ ਲੈਣ, ਕੋਈ ਕਾਰੋਬਾਰ ਖੋਲ ਲੈਣ, ਆਪਣਾ ਕੋਈ ਡਿਊਟੀ ਪਾ ਲੈਣ, ਫਿਰ ਸਿਆਸਤ ਕਾਹਦੇ ਲਈ ਕਰਨੀ ਆ ਇਹਨਾਂ ਲੋਕਾਂ ਨੇ? ਜੇ ਇਸ ਗੱਲ ਤੋਂ ਡਰਦੇ ਆ, ਫਿਰ ਸਿਆਸਤ ਕਾਹਦੀ ਹੈ? ਸਿਆਸਤ ਤੋਂ ਬਾਹਰ ਹੋ ਜਾਣ, ਦਫਾ ਹੋਣ, ਗਲੋਂ ਲੱਥਣ ਪੰਜਾਬ ਦੇ ਲੋਕਾਂ ਤੋਂ। ਬਿਲਕੁਲ ਇਹੀ ਗੱਲ ਹੈ ਨਾ। ਪਰ ਇਹ ਤਾਂ ਆਪਾਂ ਤੁਸੀਂ ਦੇਖ ਸਕਦੇ ਆ, ਕਹਿ ਸਕਦੇ ਆ, ਇਦਾਂ ਦੀ ਗੱਲ ਕਰ ਸਕਦੇ ਆ। ਉਹਨਾਂ ਦਾ ਜੋ ਮਾਈਂਡ ਸੈੱਟ ਹੈਗਾ ਇਸ ਵੇਲੇ, ਜੋ ਵੀ ਉਹਨਾਂ ਨੇ ਕਰਨਾ ਉਹ ਤਾਂ ਉਹਨਾਂ ਨੇ ਕਰਨਾ ਨਾ। ਸਾਡੀਆਂ ਇੱਛਾਵਾਂ ਹੋ ਸਕਦੀਆਂ, ਅਸੀਂ ਤਾਂ ਕਹਿੰਦੇ ਵੀ ਉਹ ਭਲੇ ਤਰੀਕੇ ਦੇ ਨਾਲ ਪੰਜਾਬ ਦੀ ਭਲਾਈ ਦੇ ਕੰਮ ਕਰਨ, ਛੱਡਣ ਬਾਕੀ ਸਾਰੀਆਂ ਚੀਜ਼ਾਂ। ਤੇ ਜਾਂ ਅਸੀਂ ਤਾਂ ਕੈਪਟਨ ਅਮਰਿੰਦਰ ਤੋਂ ਵੀ ਇਹ ਤਵੱਕੋ ਕੀਤੀ ਸੀ, ਲੋਕਾਂ ਨੇ ਵੀ ਇਹ ਤਵੱਕੋ ਕੀਤੀ ਸੀ, ਪਰ ਉਹਨਾਂ ਨੇ ਕੀਤਾ ਨਹੀਂ ਨਾ ਉਹ ਕੁਝ। ਉਹ ਤਾਂ ਉਹੀ ਗੱਲ ਨਾ ਦਸਾਂਝ ਸਾਹਿਬ, ਜੇ ਕਿਸੇ ਜਰਨਲਿਸਟ ਨੇ ਮਤਲਬ ਜਰਨਲਿਜ਼ਮ ਹੀ ਨਹੀਂ ਕਰਨਾ, ਖਬਰਾਂ ਹੀ ਨਹੀਂ ਲਿਆਉਣੀਆਂ ਲੋਕਾਂ ਤੱਕ, ਸੱਚਾਈ ਨਹੀਂ ਲੈ ਕੇ ਆਉਣੀ, ਜਾਂ ਮਤਲਬ ਉਹਦੀ ਪੇਸ਼ਕਾਰੀ ਕੋਈ ਨਹੀਂ, ਉਹਨੇ ਦੱਸਣਾ ਹੀ ਕੁਝ ਨਹੀਂ, ਤੇ ਫਿਰ ਉਹ ਕਾਹਦੇ ਲਈ ਬੈਠਾ ਇਸ ਪੇਸ਼ੇ 'ਚ? ਬੜੇ ਪੇਸ਼ੇ ਹੋਰ ਆ ਕੇ ਕੁਝ ਹੋਰ ਕਰ ਸਕਦੇ ਆਪਾਂ, ਫਿਰ ਆਪਾਂ ਇਸ ਪੇਸ਼ੇ 'ਚ ਕਿਉਂ ਬੈਠੇ ਆ? ਜੇ ਸਿਆਸਤਦਾਨ ਨੇ ਕਿਸੇ ਨੇ ਰਿਸਕ ਹੀ ਨਹੀਂ ਲੈਣਾ ਕਿ ਕੱਲ ਨੂੰ ਮੇਰੀ ਦੁਸ਼ਮਣੀ ਹੋ ਜਾਊਗੀ, ਤੇ ਉਹਨੂੰ ਸਿਆਸਤ 'ਚ ਰਹਿਣ ਦਾ ਹੱਕ ਹੀ ਨਹੀਂ ਹੋਣਾ ਚਾਹੀਦਾ। ਫਿਰ ਮੈਂ ਉਹੀ ਕਹਿੰਦਾ ਵੀ ਕਾਹਦੇ ਲਈ ਆਉਣਾ, ਤੁਹਾਨੂੰ ਨਹੀਂ ਪਤਾ ਕਾਹਦੇ ਲਈ ਆਉਂਦੇ ਆ ਲੋਕ। ਇਹ ਜਿਹੜੇ ਨੌਨ ਜਰਨਲਿਸਟ ਹੈ ਉਹੀ ਇਸ ਵੇਲੇ ਉਹਨਾਂ ਦੇ ਸਭ ਤੋਂ ਜ਼ਿਆਦਾ ਚੈਨਲ ਉਹਨਾਂ ਦੀ ਟੌਪ ਤੇ ਹੈ ਨਾ। ਜਿਹੜੇ ਨੌਨ ਜਰਨਲਿਸਟ ਹੈ ਉਹਨਾਂ ਦੇ ਚੈਨਲ ਜਿਹੜੇ ਆ ਉਹ ਟ੍ਰੈਂਡ ਕਰਦੇ ਆ ਟੌਪ ਦੇ ਉੱਤੇ, ਤੇ ਉਹ ਪੈਸੇ ਬਣਦੇ ਆ, ਸਾਰਾ ਕੁਝ ਹੈਗਾ। ਸੱਤਾ ਦੇ ਗਲਿਆਰਿਆਂ ਦੇ ਵਿੱਚ ਵੀ ਪੁੱਛਗਿੱਛ ਹੈਗੀ ਹੈ, ਤੇ ਕਦੋਂ ਕਿਹਦਾ ਵੱਡੇ ਸਿਆਸਤਦਾਨ ਦਾ, ਕਿਸੇ ਪੱਤਰਕਾਰ ਦੇ, ਮੀਡੀਆ ਸਲਾਹਕਾਰ ਬਣ ਜਾਣਾ ਕੁਝ ਨਹੀਂ ਪਤਾ ਲੱਗਦਾ। ਮਿੰਟਾਂ ਦੇ ਵਿੱਚ ਹੀਰੋ ਬਣ ਜਾਂਦੇ ਆ ਲੋਕ। ਸੋ ਇਸ ਕਰਕੇ ਉਹ ਸਾਰਾ ਕੁਝ ਇਸੇ ਕਰਕੇ ਆ। ਠੀਕ ਹੈ, ਬਿਲਕੁਲ ਸਿਆਸਤ ਉਹ ਰਹੀ ਨਹੀਂ ਹੈ ਕਿ ਜਦ ਸਿਆਸਤ ਦੇ ਵਿੱਚੋਂ ਸੇਵਾ ਜਿਹੜੀ ਆ ਖਤਮ ਹੋ ਚੁੱਕੀ ਹੈ। ਸਿਆਸਤ ਜਿਹੜੀ ਕਿਸੇ ਵੇਲੇ ਸੇਵਾ ਦਾ ਕਰਮ ਹੁੰਦੀ ਸੀ, ਜਦੋਂ ਸੇਵਾ ਰਹੀ ਨਹੀਂ, ਸਿਆਸਤ ਪੋਲਿਟਿਕਸ ਜਦ ਮਿਸ਼ਨ ਰਿਹਾ ਹੀ ਨਹੀਂ, ਜਦ ਸਿਆਸਤ ਬਾਣੀ ਵਪਾਰ ਗਈ ਹੈ, ਤੇ ਫਿਰ ਉਹ ਵਪਾਰੀ ਬੰਦਾ ਤਾਂ ਕਦੀ ਰਿਸਕ ਨਹੀਂ ਨਾ ਲੈਂਦਾ ਹੁੰਦਾ।
ਸੋ ਇਸ ਜੀ। ਕਰਕੇ ਅੱਛਾ, ਰਿਸਕ ਆਪਾਂ ਕਿਉਂ ਲੈਣਾ ਪੰਜਾਬ ਭਾਈ? ਤੋਂ ਬਾਹਰ ਦੀਆਂ ਵੀ ਦੋ ਗੱਲਾਂ ਕਰਨੀਆਂ, ਪਰ ਬਾਰ-ਬਾਰ ਫੇਰ ਮੈਂ ਉੱਥੇ ਆ ਜਾਣਾ ਕਿਉਂਕਿ ਉਹ ਚੀਜ਼ਾਂ ਸਾਹਮਣੇ ਨੇ। ਇੱਕ ਤੁਸੀਂ ਸ਼ਬਦ ਵਰਤਿਆ ਗੱਲਬਾਤ 'ਚ ਕਿ ਕੈਪਟਨ ਸਾਹਿਬ ਨੇ ਪ੍ਰੈਸ ਕਾਨਫਰੰਸ ਕਿਹਾ ਕਿ ਮੇਰੀ ਗੱਲਬਾਤ ਸਿੱਧੇ ਤੌਰ ਤੇ ਕਿਸਾਨਾਂ ਨਾਲ ਨਹੀਂ ਹੋਈ, ਖੇਤੀ ਦੇ ਵਪਾਰ ਨਾਲ ਜੁੜੇ ਹੋਏ ਲੋਕਾਂ ਨਾਲ ਹੋਈ ਆ। ਤੇ ਕਿਸਾਨ ਆਗੂ ਤੇ ਕਹਿੰਦੇ ਆ ਖੇਤੀ ਵਪਾਰ ਹੈ ਹੀ ਨਹੀਂ, ਖੇਤੀ ਨੂੰ ਵਪਾਰ ਨਾਲ ਜੋੜ ਕੇ ਹੀ ਸਾਡਾ ਨੁਕਸਾਨ ਕੀਤਾ ਜਾ ਰਿਹਾ, ਸਾਡੀ ਧਾਰਾ ਹੀ ਉਹ ਵਪਾਰ ਵਾਲੀਆਂ ਲਾ ਕੇ ਸਾਨੂੰ ਰਗੜ ਦਿੱਤਾ। ਅਸੀਂ ਤੇ ਪ੍ਰੋਡਿਊਸ ਪੈਦਾ ਕਰਦੇ ਹਾਂ ਤਾਂ ਵਪਾਰ ਨਹੀਂ ਅਸੀਂ ਕਰਦੇ, ਅਸੀਂ ਤਾਂ ਸੁੱਟ ਆਉਂਦੇ ਹਾਂ ਜਾ ਕੇ ਮੰਡੀ 'ਚ। ਨਹੀਂ ਠੀਕ ਹੈ ਗੱਲ ਤੁਹਾਡੀ, ਪਰ ਇਹ ਆ ਵੀ ਅਲਟੀਮੇਟਲੀ ਸੁੱਟ ਜਿਹੜਾ ਮੰਡੀ 'ਚ ਸੁੱਟ ਕੇ ਆਉਣਾ ਆ, ਉਹਦੀ ਤਰਕੀਬ ਬਦਲ ਜਾਏ ਤੇ ਮੰਡੀਕਰਨ ਬਿਹਤਰ ਤਰੀਕੇ ਨਾਲ ਹੋ ਜਾਏ, ਐਮਐਸਪੀ ਤੇ ਗਰੰਟੀ ਕਾਨੂੰਨ ਮਿਲਦੇ ਨਾਲ ਸਾਰੀਆਂ ਫਸਲਾਂ ਜਿਹੜੀਆਂ ਉਹਨਾਂ ਨੂੰ ਮੰਡੀ ਮਿਲ ਜਾਏ, ਤੇ ਲਾਜ਼ਮੀ ਤੌਰ ਦੇ ਉੱਤੇ ਫਿਰ ਜਿਹੜੇ ਐਕਸਪਰਟ ਨੇ ਉਹਨਾਂ ਨੂੰ ਵਪਾਰ ਨਾਲ ਕਿੱਦਾਂ ਸਾਰੀਆਂ ਚੀਜ਼ਾਂ ਨੂੰ ਜੋੜਨਾ ਹੈ। ਖੇਤੀ ਦਾ ਵਪਾਰ ਨੂੰ ਤੁਸੀਂ ਇਹ ਰੱਦ ਤਾਂ ਨਹੀਂ ਨਾ ਕਰ ਸਕਦੇ। ਉਹ ਵਪਾਰ ਇਸ ਕਰਕੇ ਕਹਿੰਦੇ ਆ ਕਿਸਾਨ ਵੀ ਖੇਤੀ ਦਾ ਵਪਾਰ ਹੈ ਨਹੀਂ ਸਾਡੇ ਵਾਸਤੇ, ਤਾਂ ਮਤਲਬ ਇੱਕ ਕਿਸਮ ਦਾ ਬਹੁਤ ਵੱਡੀ ਮੁਸੀਬਤ ਬਣੀ ਹੋਈ ਹੈ ਕਿ ਅਸੀਂ ਆਪਣੀ ਜਿਣਸ ਜਿਹੜੀ ਆ ਉਹ ਮੰਡੀਆਂ ਤੱਕ ਪਹੁੰਚਾਈਏ ਕਿੱਦਾਂ ਤੇ ਮੰਡੀਆਂ ਤੋਂ ਚੱਕੀ ਕਿੱਦਾਂ ਜਾਵੇ। ਜੇ ਮੰਡੀਆਂ ਤੱਕ ਪਹੁੰਚਣ ਦਾ ਪ੍ਰਬੰਧ ਸਹੀ ਹੋ ਜਾਵੇ ਤੇ ਚੁਕਾਈ ਦਾ ਪ੍ਰਬੰਧ ਸਹੀ ਹੋ ਜਾਵੇ ਤੇ ਉਹਦੀ ਜਿਹੜੀ ਕੀਮਤ ਸਹੀ ਮਿਲਣ ਲੱਗ ਪਏ, ਤਾਂ ਆਪੇ ਹੀ ਜਿਹੜੇ ਐਕਸਪਰਟ ਲੋਕ ਨੇ ਉਹਨੂੰ ਕਿੱਦਾਂ ਗਾਂਹ ਜੋੜਨਗੇ ਵਪਾਰ ਦੇ ਨਾਲ। ਤੇ ਵਪਾਰ ਤੋਂ ਬਿਨਾਂ ਤਾਂ ਤੁਸੀਂ ਚੱਲ ਨਹੀਂ ਨਾ ਸਕਦੇ। ਖੇਤੀ ਦਾ ਵਪਾਰ ਦਾ ਇੱਕ ਪੂਰੇ ਦਾ ਪੂਰਾ ਇੱਕ ਆਪਣਾ ਕਹਿ ਲਓ ਵੀ ਇੱਕ ਆਈਡੀਆ, ਜਾਂ ਆਈਡੀਆ ਨੂੰ ਫਲੋਟ ਕਰਨਾ ਹੁੰਦਾ, ਜਾਂ ਖੇਤੀ ਵਪਾਰ ਨੂੰ ਅੱਗੇ ਤੋੜਨ ਤੋਂ ਬਿਨਾਂ ਤਾਂ ਸਰ ਨਹੀਂ ਨਾ ਸਕਦਾ। ਇਹ ਆਪਾਂ ਕਿਸੇ ਦਿਨ ਗੱਲ ਤੇ ਕਰਾਂਗੇ। ਇਹ ਉਹ ਮੇਰੇ ਤੁਹਾਡੇ ਨਾਲ ਇੱਥੇ ਵਿਚਾਰ ਬਹੁਤੇ ਨਹੀਂ ਮਿਲਦੇ। ਮੈਂ ਬਹੁਤ ਸਾਰਾ ਇੱਥੇ ਸੁਣਿਆ ਪੜਿਆ ਕਿ ਖੇਤੀ ਵਪਾਰ ਕਿਵੇਂ ਨਹੀਂ ਆ ਤੇ ਕਿਵੇਂ ਸਰਕਾਰ ਨੇ ਵਪਾਰ ਦੇ ਦਾਇਰੇ 'ਚ ਲਿਆ ਕੇ ਖੇਤੀ ਦੇ ਉੱਤੇ ਹੁੰਜਾ ਫੇਰਨ ਦੀ ਕੋਸ਼ਿਸ਼ ਕੀਤੀ। ਆਪਾਂ ਇੱਥੇ ਗੱਲ ਕਰਾਂਗੇ ਕਿਸੇ ਦਿਨ, ਇਹ ਵੀ ਟੈਕਨੀਕਲ ਨੁਕਤਾ ਇੱਕ ਹੈ ਜੀ, ਇੱਥੇ ਹੋਰ ਆਪਾਂ ਗੱਲ ਕਰ ਸਕਦੇ ਹਾਂ। ਇੱਕ ਦੋ ਗੱਲਾਂ ਮੈਂ ਤੁਹਾਨੂੰ, ਇੱਕ ਤੇ ਬੜੇ ਅੱਛੇ ਰਾਜਨੀਤੀਵਾਨ ਨੇ ਪ੍ਰਗਟ ਸਿੰਘ ਏਰੀਆ, ਆਪਾਂ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਹਾਂ। ਉਹਨਾਂ ਨੇ ਵੀ ਉਹਨਾਂ ਨੂੰ ਚੈਲੰਜ ਕੀਤਾ ਕੈਪਟਨ ਸਾਹਿਬ ਨੂੰ, ਆ ਜਾਓ ਜਲੰਧਰ ਤੋਂ ਲੜ ਲਓ, ਕਿਉਂਕਿ ਕੈਪਟਨ ਸਾਹਿਬ ਨੇ ਕਿਹਾ ਸੀਗਾ ਨਵਜੋਤ ਸਿੱਧੂ ਨੂੰ ਕਿ ਪਟਿਆਲੇ ਤੋਂ ਮੇਰੇ ਮੁਕਾਬਲੇ ਲੜ ਕੇ ਵੇਖ ਲਈ। ਤੇ ਹੁਣ ਉਹਨਾਂ ਨੇ ਵੀ ਉਸੇ ਭਾਸ਼ਾ 'ਚ ਉਹਨਾਂ ਨੂੰ ਜਵਾਬ ਦਿੱਤਾ। ਤੇ ਨਵਜੋਤ ਸਿੱਧੂ ਤੇ ਖੈਰ ਬਹੁਤ ਕੁਝ ਕਹਿ ਦਿੰਦੇ, ਉਹਨਾਂ ਕਿਹਾ ਕਿ ਕੈਪਟਨ ਹੁਣ ਕੁਝ ਨਹੀਂ ਕਰ ਸਕਦਾ, ਚੱਲਿਆ ਕਾਰਤੂਸ ਹੈ। ਤੇ ਹੁਣ ਇਹ ਖਬਰ ਤੇ ਤੁਸੀਂ ਥੋੜਾ ਜਿਹਾ ਕਮੈਂਟ ਕਰ ਲਓ, ਫਿਰ ਆਪਾਂ ਇੱਕ ਇੱਦਾਂ ਦੀ ਖਬਰ ਹੋਰ ਕਰਨੀ ਹੈ, ਸਮਾਂ ਹੋ ਚੱਲਿਆ ਆਪਣਾ। ਉਹਦੇ ਤੇ ਮੈਂ ਬਹੁਤਾ ਕਮੈਂਟ ਕੀ ਕਰਨਾ। ਦੇਖੋ ਮੈਂ ਬੜਾ ਸਿਆਣਾ ਸਮਝਦਾ ਪ੍ਰਗਟ ਸਿੰਘ ਹੋਰਾਂ ਨੂੰ, ਪਰ ਇਹ ਕੋਈ ਬਹੁਤ ਵਧੀਆ ਹੈਲਦੀ ਪੋਲਿਟਿਕਸ ਨਹੀਂ ਹੈ। ਜੇ ਕੈਪਟਨ ਅਮਰਿੰਦਰ ਨੇ ਕਹਿ ਦਿੱਤਾ, ਪੈਰਲਲ ਨਵਜੋਤ ਕੌਰ ਸਿੱਧੂ ਨੇ ਕਹਿ ਦਿੱਤਾ। ਨਵਜੋਤ ਕੌਰ ਸਿੱਧੂ ਕਹਿੰਦੀ ਕੈਪਟਨ ਅਮਰਿੰਦਰ ਅੰਮ੍ਰਿਤਸਰ ਈਸਟ ਤੋਂ ਆ ਕੇ ਮੇਰੇ ਨਾਲ ਲੜ ਲੈਣ, ਪਤਾ ਲੱਗ ਜੂ ਕਿਹਦੀ ਪੋਪੂਲੈਰਿਟੀ ਜ਼ਿਆਦਾ ਹੈ। ਤੇ ਅੱਜ ਪ੍ਰਗਟ ਸਿੰਘ ਨੇ ਕਹਿ ਦਿੱਤਾ ਵੀ ਜਲੰਧਰ ਕੈਂਟ ਤੋਂ ਆ ਕੇ ਲੜ ਲੈਣ। ਇਹ ਗੱਲਾਂ ਕੋਈ ਬਹੁਤ ਚੰਗੀ ਸਿਆਸਤ ਨਹੀਂ, ਸਿਹਤਮੰਦ ਸਿਆਸਤ ਨਹੀਂ ਹੈ। ਘੱਟੋ ਘੱਟ ਮੈਨੂੰ ਆਪਣੇ ਪ੍ਰਗਟ ਸਿੰਘ ਹੋਰਾਂ ਤੋਂ ਇਦਾਂ ਦੀ ਉਮੀਦ ਨਹੀਂ। ਉਹ ਸਪੋਰਟਸ ਮਿਨਿਸਟਰ ਤੇ ਐਜੂਕੇਸ਼ਨ ਦਾ ਉਹਨਾਂ ਕੋਲ ਡਿਪਾਰਟਮੈਂਟ ਹੈ, ਉਹ ਜਿੰਨਾ ਕੁ ਸਮਾਂ ਰਹਿੰਦਾ ਹੈ ਸਰਕਾਰ ਦਾ, ਉਹਨਾਂ ਨੂੰ ਉੱਧਰ ਧਿਆਨ ਦੇਣ ਦੀ ਜ਼ਰੂਰਤ ਹੈ, ਕੰਮ ਕਰਨ ਦੀ ਜ਼ਰੂਰਤ ਹੈ। ਇਦਾਂ ਦੀਆਂ ਫਜ਼ੂਲ ਦੀਆਂ ਟਿੱਪਣੀਆਂ ਕਰਨੀਆਂ ਤੇ ਉਹਦੇ ਨਾਲ ਸੁਰਖੀ ਤਾਂ ਮਿਲ ਜਾਂਦੀ ਹੈ, ਪਰ ਉਸ ਸੁਰਖੀ ਦਾ ਕੋਈ ਬਹੁਤਾ ਲਾਭ ਨਹੀਂ ਹੈ। ਨਾ ਲੋਕਾਂ ਨੂੰ ਲਾਭ ਹੈ, ਨਾ ਹੀ ਪਰਸਨੈਲਿਟੀ ਜਿਹੜੀ ਇੱਕ ਹੈਗੀ ਆ, ਸ਼ਖਸੀਅਤ ਜਿਹੜੀ ਹੈਗੀ ਪ੍ਰਗਟ ਸਿੰਘ ਹੋਰਾਂ ਦੀ, ਉਹਨਾਂ ਨੂੰ ਇਹ ਇਦਾਂ ਦੀਆਂ ਗੱਲਾਂ ਬਹੁਤੀਆਂ ਸੂਟ ਕਰਦੀਆਂ। ਅੱਛਾ, ਲਖਬੀਰ ਸਿੰਘ ਜਿਹੜਾ ਮਾਰਿਆ ਗਿਆ ਸੀਗਾ, ਜਿਹੜਾ ਨਿਹੰਗ ਸਿੰਘਾਂ ਨੇ ਉਹ ਕੀਤਾ, ਜਿਹੜਾ ਕਹਿੰਦੇ ਜੀ ਕੋਈ ਸਰਬਲੋਹ ਗ੍ਰੰਥ ਦੀ ਉਹਨੇ ਬੇਅਦਬੀ ਕੀਤੀ ਸੀ, ਤੇ ਉਹਦੇ ਮਾਮਲੇ ਨੂੰ ਲੈ ਕੇ ਕੋਈ ਸਿੰਘੂ ਬਾਰਡਰ ਤੇ ਘਟਨਾ ਹੋਈ ਆ, ਕਹਿੰਦੇ ਉੱਥੇ ਪੁਲਿਸ ਨੇ ਲਾਠੀਚਾਰਜ ਵੀ ਕੀਤਾ, ਕੁਝ ਕਿਸਾਨਾਂ ਤੇ ਕੇਸ ਵੀ ਦਰਜ ਕੀਤੇ ਆ, ਕਾਫੀ ਕੁੱਟਮਾਰ ਹੋਈ ਆ, ਉਹ ਕੀ ਖਬਰ ਹੈ ਜੀ? ਉਹ ਸਿੰਘੂ ਬਾਰਡਰ ਜਿਹੜਾ ਕੇਂਦਰੀ ਸਥਾਨ, ਉੱਥੇ ਨਹੀਂ ਇਹ ਘਟਨਾ ਹੋਈ। ਅਖਬਾਰਾਂ ਦੇ ਵਿੱਚ ਜਾਂ ਮੀਡੀਆ 'ਚ ਅਕਸਰ ਏਦਾਂ ਪੇਸ਼ ਕਰ ਦਿੱਤਾ ਜਾਂਦਾ ਵੀ ਸਿੰਘੂ ਬਾਰਡਰ ਤੇ ਪਤਾ ਨਹੀਂ ਕੀ ਕੁਝ ਹੋ ਗਿਆ। ਉਹ ਇੱਕ ਨਰੇਲਾ ਏਰੀਆ ਹੈ। ਜਦੋਂ ਤੁਸੀਂ ਜਾਂਦੇ ਹੋ ਇੱਧਰੋਂ ਸਿੰਘੂ ਬਾਰਡਰ ਵੱਲ ਜਾਂਦੇ ਹੋ, ਤੇ ਉਹ ਤੋਂ ਪਹਿਲਾਂ ਇੱਕ ਹਰਿਆਣੇ ਦਾ ਏਰੀਆ ਪੈਂਦਾ ਨਰੇਲਾ, ਜਿਹਦੇ ਵਿੱਚ ਹੀ ਲੰਘ ਕੇ ਤੁਸੀਂ ਦਿੱਲੀ ਵਿੱਚ ਵੀ ਜਾ ਸਕਦੇ ਹੋ ਸਾਈਡ ਤੋਂ। ਜੀ। ਉੱਥੇ ਕੁਝ ਕਿਸਾਨ ਜਿਹੜੇ ਸੀਗੇ, ਹਿੰਦ ਕਿਸਾਨ ਮਜ਼ਦੂਰ ਜਥੇਬੰਦੀ ਆ ਕੋਈ, ਮੈਂ ਪਤਾ ਨਹੀਂ ਹੁਣ ਕਿਹਦੇ ਨਾਲ ਐਫੀਲੀਏਟਡ ਹੈ ਉਹ ਜਥੇਬੰਦੀ, ਤੇ ਉਹ ਲਖਵੀਰ ਦੀ ਜਿਹੜਾ ਮਰਡਰ ਹੋਇਆ ਉਹਦੇ ਵਿਰੋਧ ਦੇ ਵਿੱਚ ਉੱਥੇ ਉਹ ਮੁਜ਼ਾਹਰਾ ਕਰ ਰਹੇ ਸੀ, ਤੇ ਉੱਥੇ ਟਕਰਾਅ ਹੋਇਆ। ਰਾਤ ਦਾ ਵੇਲਾ ਸੀ, ਮੇਰਾ ਖਿਆਲ ਹੈ 7-8 ਵਜੇ ਦੀ ਗੱਲ ਹੈ, ਕਿਉਂਕਿ ਜਿਹੜੀ ਵੀਡੀਓ ਮੈਂ ਦੇਖੀ ਥੋੜੀ ਜਿਹੀ ਉਹਦੇ 'ਚ ਹਨੇਰਾ ਦਿਖਾਈ ਦੇ ਰਿਹਾ, ਤੇ ਉਹ ਬਸ 5-7 ਸੈਕਿੰਡ ਦੀ ਵੀਡੀਓ ਹੀ ਹੈ। ਇਹਦਾ ਵਿਸਥਾਰ ਬਹੁਤਾ ਨਹੀਂ ਹੈ ਸਾਡੇ ਕੋਲ। ਮੈਂ ਇੰਨਾ ਕਿਹਾ ਕਿ ਉਹ ਨਰੇਲਾ ਏਰੀਆ ਆ, ਉਹ ਕੇਂਦਰੀ ਸਥਾਨ ਨਹੀਂ ਹੈ ਸਿੰਘੂ ਬਾਰਡਰ ਦਾ, ਤੇ ਉਹ ਰੂਟੀਨ ਦੇ ਵਿੱਚ ਜਿੱਦਾਂ ਆਪਾਂ ਵੱਖ-ਵੱਖ ਥਾਵਾਂ ਦੇ ਉੱਤੇ ਵੀ ਪੁਲਿਸ ਨਾਲ ਟਕਰਾਅ ਦੀਆਂ ਖਬਰਾਂ ਦੇਖਦੇ ਸੁਣਦੇ ਆ, ਉਸ ਕਿਸਮ ਦੀ ਖਬਰ ਆ। ਉਹਦੇ 'ਚ ਕਿਹਦੀ ਗਲਤੀ ਹੈ, ਪੁਲਿਸ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਜਾਂ
ਕਿਸਾਨ ਵੀ ਉੱਥੇ ਥੋੜੇ ਵੋਕਲ ਹੋਣ ਤੋਂ ਬਾਅਦ ਕੋਈ ਕਹਿ ਲਓ ਵੀ ਹਿੰਸਾਤਮਕ ਹੋ ਗਏ। ਹੁਣ ਮੈਂ ਕਹਿ ਨਹੀਂ ਸਕਦਾ, ਜਦੋਂ ਸਾਡੇ ਕੋਲ ਤੱਥ ਹੋਣਗੇ ਅਸੀਂ ਇੱਥੇ ਚਰਚਾ ਕਰਾਂਗੇ। ਪਰ ਉਹ ਸਿੰਘੂ ਬਾਰਡਰ ਦੀ ਘਟਨਾ ਨਹੀਂ ਹੈ, ਉਹ ਨਰੇਲਾ ਇਲਾਕਾ ਹੈ, ਉੱਥੋਂ ਦੀ ਘਟਨਾ ਹੈ। ਅੱਛਾ, ਕੋਈ ਮੁਸਲਿਮ ਨੂੰ ਲੈ ਕੇ ਵੀ ਯੂਪੀ 'ਚ ਘਟਨਾ ਹੋਈ ਆ ਕਿ ਉਹਨਾਂ ਨੂੰ ਕੁਝ ਨਮਾਜ਼ ਪੜ੍ਹਦਿਆਂ ਨੂੰ ਕੁੱਟਮਾਰ ਕੀਤੀ, ਉਹਨਾਂ ਦੀਆਂ ਟੋਪੀਆਂ ਟਾਪੀਆਂ ਇੱਧਰ ਉੱਧਰ ਸੁੱਟੀਆਂ, ਕੁਝ ਇੱਕ ਸ਼ਾਇਦ ਆਰਐਸਐਸ ਦੇ ਜਾਂ ਕੁਝ ਇਸ ਤਰ੍ਹਾਂ ਦੇ ਕੋਈ ਬਜਰੰਗ ਦਲ ਦੇ ਲੋਕਾਂ ਦੀ ਖਬਰ, ਮੈਂ ਖਬਰ ਪੜ੍ਹੀ ਨਹੀਂ ਪਰ ਮੈਂ ਹੁਣੇ ਮੈਨੂੰ ਡਾਕਟਰ ਸਾਹਿਬ ਦੱਸ ਕੇ ਗਏ ਸੀ ਇਹ ਖਬਰ ਕਿ ਕੁਝ ਇਦਾਂ ਦੀ ਘਟਨਾ ਯੂਪੀ 'ਚ ਵੀ ਅੱਜ ਹੋਈ ਹੈ ਜੀ। ਉੱਤਰ ਪ੍ਰਦੇਸ਼ 'ਚ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਆ ਆਮ ਨੇ, ਇਹ ਘਟਨਾ ਵੀ ਲਾਜ਼ਮੀ ਹੈ ਵੀ ਹੋਈ ਹੋਏਗੀ। ਮੇਰੇ ਕੋਲ ਵੀ ਇਹ ਘਟਨਾ ਦੀ ਕੋਈ ਰਿਪੋਰਟ ਨਹੀਂ ਹੈ, ਪਰ ਇਹ ਆ ਵੀ ਦੇਖੋ ਐਡਾ ਵੱਡਾ ਸਾਡਾ ਦੇਸ਼ ਹੈ, ਇਸ ਦੇਸ਼ ਦੇ ਵਿੱਚ ਬਹੁਤ ਕੁਝ ਇਦਾਂ ਦਾ ਹੁੰਦਾ ਜਿਹੜਾ ਰਿਪੋਰਟ ਵੀ ਨਹੀਂ ਹੁੰਦਾ, ਪਤਾ ਹੀ ਨਹੀਂ ਲੱਗਦਾ। ਤੇ ਉੱਤਰ ਪ੍ਰਦੇਸ਼ ਦਾ ਜਿਹੜਾ ਆ, ਜੇ ਆਬਾਦੀ ਦੇ ਲਿਹਾਜ਼ ਨਾਲ ਆਪਾਂ ਗਿਣ ਲਈਏ ਤੇ ਦੁਨੀਆ ਦਾ 8ਵਾਂ ਮੁਲਕ ਬਣਦਾ ਹੈ, ਭਾਰਤ ਦਾ ਸੂਬਾ ਆ। ਤੇ ਜਿੰਨੀ ਉੱਥੇ ਆਬਾਦੀ ਹੈ, ਆਬਾਦੀ ਦੇ ਲਿਹਾਜ਼ ਦੇ ਨਾਲ ਦੁਨੀਆ ਦਾ 8ਵਾਂ ਮੁਲਕ ਹੈ। ਉੱਥੇ ਬਹੁਤ ਸਾਰੀਆਂ ਘਟਨਾਵਾਂ ਇਦਾਂ ਦੀ ਵਾਪਰਦੀਆਂ, ਖਾਸ ਤੌਰ ਤੇ ਮੁਸਲਿਮ ਜਿਹੜੀ ਸਾਡੀ ਕਮਿਊਨਿਟੀ ਹੈ, ਭਾਈਚਾਰਾ ਆ, ਉਹਦੇ ਲਈ ਇੱਕ ਟਫ ਜਿਹੀ ਸਿਚੁਏਸ਼ਨ ਬਣਾ ਕੇ ਉੱਥੇ ਅਕਸਰ ਰੱਖੀ ਜਾਂਦੀ ਹੈ। ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਪੱਕੀ ਖੇਡ ਹੈ ਧਰੁਵੀਕਰਨ ਕਰਨਾ ਵੋਟਾਂ ਦਾ, ਤੇ ਉਹਦੇ ਚੋਂ ਇਦਾਂ ਦਾ ਮਾਹੌਲ ਬਣਾ ਕੇ ਰੱਖਦੇ ਆ। ਸਰਕਾਰ ਵੀ ਉੱਥੇ ਭਾਰਤੀ ਜਨਤਾ ਪਾਰਟੀ ਦੀ ਹੈ, ਯੋਗੀ ਆਦਿੱਤਿਆਨਾਥ ਦੀ। ਕਿੰਨੇ ਕੁ ਯੋਗੀ ਨੇ, ਕਿੰਨੇ ਕੁ ਸੰਤ ਨੇ, ਤੇ ਭਗਵਾਂ ਪਾ ਕੇ ਕੀ ਉਹ ਮਤਲਬ ਜਿਹੜੀ ਇੱਕ ਸੰਤ ਦੀ ਉਪਾਧੀ ਹੁੰਦੀ ਹੈ ਉਹਨੂੰ ਹਾਸਲ ਕਰ ਲਿਆ ਉਹਨਾਂ ਨੇ ਜਾਂ ਨਹੀਂ ਕਰ ਲਿਆ, ਇਹ ਤੇ ਵੱਖਰੀ ਡਿਬੇਟ ਹੋ ਸਕਦੀ ਸੰਤ ਹੈ। ਕਹਿਣਾ ਹੀ ਮਜ਼ਾਕੀ ਹੈ ਜੀ, ਗੱਲ ਲੱਗਦੀ ਹੈ ਜੀ। ਉਹ ਤੇ ਹੁਣ ਜੋਗੀ ਵੀ ਨਹੀਂ ਕਹਿੰਦੇ, ਲੋਕ ਢੋਂਗੀ ਕਹਿੰਦੇ ਉਸ ਵਿਅਕਤੀ ਨੂੰ, ਸ਼ਾਇਦ ਢੋਂਗੀ ਤੋਂ ਵੀ ਗਾਂਹ ਕੁਝ ਹੋਰ ਹੋ ਸਕਦੇ ਨੇ। ਹਾਂਜੀ, ਅੱਛਾ ਦਸਾਂਝ ਸਾਹਿਬ, ਇੱਕ ਪਿਛਲੇ ਦਿਨਾਂ 'ਚ ਖਬਰ ਬੜੀ ਵੱਡੀ ਰਹੀ ਸੀ ਪਰ ਭਾਰਤ ਸਰਕਾਰ ਨੇ ਉੱਤੇ ਮਿੱਟੀ ਜੀ ਪਾ ਛੱਡੀ ਕਿ ਕੋਈ ਖਾਸ ਗੱਲ ਹੈ ਹੀ ਨਹੀਂ ਜੀ। ਉਹ ਸੀਗਾ ਜਿਹੜਾ ਇਜ਼ਰਾਈਲ ਨੇ ਬਣਾਇਆ ਸਪਾਈਵੇਅਰ, ਜਿਹੜਾ ਸੀਗਾ ਇੱਕ, ਕਿ ਉਹ ਲੋਕਾਂ ਦੀ ਪ੍ਰਾਈਵੇਸੀ ਦੇ ਉੱਤੇ ਸਿੱਧਾ ਹਮਲਾ ਸੀਗਾ। ਸੁਪਰੀਮ ਕੋਰਟ ਨੇ ਉਹਦਾ ਨੋਟਿਸ ਲੈ ਕੇ 3 ਮੈਂਬਰਾਂ ਦੀ ਕਮੇਟੀ ਬਣਾਤੀ, ਇੱਕ ਰਿਟਾਇਰਡ ਸੁਪਰੀਮ ਕੋਰਟ ਦੇ ਜੱਜ ਨੂੰ ਉਹਦਾ ਲਾਤਾ ਤੇ 8 ਹਫ਼ਤਿਆਂ ਦਾ ਟਾਈਮ ਦਿੱਤਾ। ਇਹ ਕਾਫੀ ਇੱਕ ਪੋਜ਼ਿਟਿਵ ਖਬਰ ਜਿਹੜੀ ਆ ਉਹ ਦੱਸੀ ਜਾ ਰਹੀ ਆ। ਤੇ ਆਪਣੇ ਜਿਹੜਾ ਪ੍ਰਸ਼ਾਂਤ ਭੂਸ਼ਣ ਵਰਗੇ ਜਿਹੜੇ ਸੀਨੀਅਰ ਵਕੀਲ ਨੇ, ਉਹਨਾਂ ਨੇ ਵੈਲਕਮ ਕੀਤਾ ਇਸ ਗੱਲ ਦਾ ਕਿ ਸੁਪਰੀਮ ਕੋਰਟ ਨੇ ਬਿਲਕੁਲ ਸਹੀ ਕੀਤਾ ਜੀ, ਕਿਉਂਕਿ ਗਵਰਨਮੈਂਟ ਕਹਿ ਰਹੀ ਆ ਕਿ ਇਹਦਾ ਕੋਈ ਮਸਲਾ ਹੀ ਨਹੀਂ ਹੈਗਾ। ਨਹੀਂ ਦੇਖੋ, ਸੁਪਰੀਮ ਕੋਰਟ ਨੇ ਵਧੀਆ ਨੋਟਿਸ ਲਿਆ, 3 ਮੈਂਬਰੀ ਕਮੇਟੀ ਬਣਾਈ ਹੈ। ਰਵਿੰਦਰਨ ਜਸਟਿਸ ਸੇਵਾ ਮੁਕਤ ਰਵਿੰਦਰਨ ਇਹਦੇ ਚੀਫ ਬਣਾਏ ਗਏ ਨੇ ਕਮੇਟੀ ਦੇ। ਤੇ ਰਾਹੁਲ ਗਾਂਧੀ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੇ ਸਵਾਲ ਅਸੀਂ ਉਠਾਏ ਸੀ ਪਿਛਲੀ ਪਾਰਲੀਮੈਂਟ ਸੈਸ਼ਨ ਦੇ ਵਿੱਚ, ਪਾਰਲੀਮੈਂਟ ਠੱਪ ਵੀ ਰੱਖੀ ਪੈਗਾਸਸ ਜਸੂਸੀ ਮਾਮਲੇ ਦੇ ਉੱਤੇ, ਉਹਨਾਂ ਸਵਾਲਾਂ ਦੇ ਜਵਾਬ ਸਰਕਾਰ ਨੂੰ ਦੇਣੇ ਪੈਣੇ ਆ। ਇਸ ਗੱਲ ਦੀ ਮੋਹਰ ਜਿਹੜੀ ਹੈ ਕਮੇਟੀ ਬਣਾ ਕੇ ਸੁਪਰੀਮ ਕੋਰਟ ਨੇ ਵੀ ਇਸ ਗੱਲ ਤੇ ਮੋਹਰ ਲਾ ਦਿੱਤੀ ਹੈ। ਸੋ ਮੈਂ ਸਮਝਦਾ ਕਿ ਦੇਖੋ ਇਹ ਬੜਾ ਨਿੱਜਤਾ ਦਾ ਮਾਮਲਾ ਹੈ, ਤੇ ਕੋਈ ਦੁਨੀਆ ਭਰ ਦੇ 50,000 ਲੋਕ ਜਿਹੜੇ ਆ ਸਪਾਈਵੇਅਰ ਜਿਹੜਾ ਪੈਗਾਸਸ ਜਿਹੜਾ ਮਾਮਲੇ ਦੇ ਵਿੱਚ ਉਹਨਾਂ ਨੂੰ ਮਤਲਬ ਉਹਨਾਂ ਦੇ ਉੱਤੇ ਨਜ਼ਰ ਸੀ ਇਸ ਯੰਤਰ ਦੇ ਰਾਹੀਂ। ਤੇ ਉਹ ਨਜ਼ਰ ਜਿਹੜੀ ਸੀ ਉਹਦੇ ਚ ਬਹੁਤ ਸਾਰੇ ਸਿਆਸੀ ਲੀਡਰ ਵੀ ਸੀਗੇ, ਪੱਤਰਕਾਰ ਵੀ ਸੀ, ਵੱਖ-ਵੱਖ ਖੇਤਰਾਂ 'ਚ ਕੰਮ ਕਰਨ ਵਾਲੇ ਲੋਕ ਸੀ। ਭਾਰਤ ਦੇ 300 ਦੇ ਕਰੀਬ ਲੋਕ ਦੱਸੇ ਜਾਂਦੇ ਆ, ਜਿਸ 'ਚ ਕੁਝ ਕੇਂਦਰੀ ਮੰਤਰੀ ਵੀ ਸੀ। ਆਪਣੀ ਹੀ ਸਰਕਾਰ ਦੇ ਮੰਤਰੀਆਂ ਦੀ ਜਸੂਸੀ ਜਿਹੜੀ ਹੈ ਨਰਿੰਦਰ ਮੋਦੀ ਦੀ ਸਰਕਾਰ ਕਰਦੀ ਰਹੀ। ਇਹ ਹੁਣ ਸਾਬਤ ਹੁੰਦਾ ਨਹੀਂ ਹੁੰਦਾ, 3 ਮੈਂਬਰੀ ਕਮੇਟੀ ਦੇਖੇਗੀ। ਪਰ ਰਾਹੁਲ ਗਾਂਧੀ ਨੇ ਕਿਹਾ ਕਿ ਇਹਦਾ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਜਿਹੜੀ ਜਾਸੂਸੀ ਹੋ ਰਹੀ ਸੀ ਇਹਨੂੰ ਰਿਪੋਰਟ ਕਿਹਦੇ ਕੋਲ ਕੀਤਾ ਜਾਂਦਾ ਸੀ, ਕਿ ਸਿੱਧਾ ਨਰਿੰਦਰ ਮੋਦੀ ਨੂੰ ਰਿਪੋਰਟ ਕੀਤਾ ਜਾਂਦਾ ਸੀ। ਤੇ ਸਰਕਾਰ ਇਸ ਗੱਲ ਤੋਂ ਮੁੱਕਰ ਚੁੱਕੀ ਹੈ, ਅੱਛੀ ਸਾਨੂੰ ਤਾਂ ਪਤਾ ਹੀ ਨਹੀਂ। ਜੇ ਤੁਹਾਨੂੰ ਪਤਾ ਨਹੀਂ ਤਾਂ ਫਿਰ ਇਹ ਤੁਹਾਡੇ ਮੁਲਕ ਦੇ ਵਿੱਚ ਕਿਵੇਂ ਇਹ ਜਾਸੂਸੀ ਹੋ ਗਈ ਹੈ, ਉਹਦੀ ਖਰੀਦ ਕਿਹਨੇ ਕੀਤੀ ਹੈ? ਕਿਉਂਕਿ ਉਹ ਜਿਹੜੀ ਐਪ ਹੈ ਉਹਨੂੰ ਤੁਸੀਂ ਜਾਂ ਮੈਂ ਨਹੀਂ ਖਰੀਦ ਸਕਦੇ, ਉਹਨੂੰ ਕਿਸੇ ਮੁਲਕ ਦੀ ਸਰਕਾਰ ਹੀ ਖਰੀਦ ਸਕਦੀ ਹੈ, ਸਰਕਾਰ ਦੀ ਏਜੰਸੀ ਹੀ ਖਰੀਦ ਸਕਦੀ ਹੈ। ਸੋ ਸਿੱਧੇ ਤੌਰ ਤੇ ਇਨਵੋਲਵਮੈਂਟ ਤਾਂ ਹੈ, ਤੇ ਇਹ ਇਨਵੋਲਵਮੈਂਟ ਨੂੰ ਜਿਹੜਾ ਆ ਹੁਣ 3 ਮੈਂਬਰੀ ਕਮੇਟੀ ਕਿੱਦਾਂ ਦੇਖਦੀ ਆ, ਉਹਦੇ ਤੇ ਕੀ ਰਿਪੋਰਟ ਉਹ ਤਿਆਰ ਕਰਕੇ ਪੇਸ਼ ਕਰਦੀ ਆ। ਸੁਪਰੀਮ ਕੋਰਟ ਨੇ ਆਪਣੇ ਵੱਲੋਂ ਕਾਫੀ ਠੀਕ ਕਦਮ ਚੁੱਕਿਆ ਤੇ ਉਹਨੇ ਝਾੜ ਵੀ ਪਾਈ ਇਸ ਗੱਲ ਦੀ ਵੀ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਵੀ ਤੁਸੀਂ ਕਿਸੇ ਦੀ ਪ੍ਰਾਈਵੇਸੀ ਨੂੰ ਇਸ ਤਰੀਕੇ ਦੇ ਨਾਲ ਉਹਨੂੰ ਵਾਇਲੈਂਟ ਕਰੋ। ਜੀ ਬਿਲਕੁਲ, ਸਮਾਂ ਆਪਣਾ ਹੋ ਗਿਆ। ਦਸਾਂਝ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵੈਸੇ ਟੈਕਨੋਲੋਜੀ ਜਿਹੜੀ ਆ ਇਹਦਾ ਦੁਰਉਪਯੋਗ ਜਿਹੜਾ ਹੁੰਦਾ ਹਮੇਸ਼ਾ ਹੁੰਦਾ ਆਇਆ। ਪਹਿਲੋਂ ਟੈਪ ਤੱਕ ਫੋਨ ਟੈਪ ਹੁੰਦੇ ਸੀ, ਹੁਣ ਜਿਹੜਾ ਇਹ ਸਪਾਈਵੇਅਰ ਦੀ ਗੱਲ ਕਰ ਰਿਹਾ, ਜੇ ਇਮਾਨਦਾਰੀ ਨਾਲ ਇਹਨੂੰ ਵਰਤਿਆ ਜਾਵੇ, ਆਰਮੀ ਦੇ ਕੋਲ ਹੋਵੇ ਜਾਂ ਜਿਹੜੀਆਂ ਹੋਰ ਖੁਫੀਆ ਏਜੰਸੀਆਂ ਉਹ ਇਹਦਾ ਇਸਤੇਮਾਲ ਕਰਨ, ਤੇ ਜਿਹੜੇ ਦੇਸ਼ ਵਿਰੋਧੀ ਅੰਸਰ ਨੇ, ਜਿਹੜੇ ਸਮਗਲਰ ਨੇ, ਜਿਹੜੇ ਹੋਰ ਇਸ ਤਰ੍ਹਾਂ ਦੇ ਲੋਕ ਨੇ, ਮਾਫੀਆ ਨੇ,
ਜਿਹੜੇ ਅੰਡਰਗਰਾਉਂਡ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੇ ਉੱਤੇ ਵਰਤਿਆ ਜਾਵੇ ਤੇ ਮੇਰੇ ਖਿਆਲ 'ਚ ਕੋਈ ਏਡੀ ਮਾੜੀ ਗੱਲ ਵੀ ਨਹੀਂ ਕਿ ਸਰਕਾਰਾਂ ਜੇ ਨੇਕ ਨੀਤੀ ਨਾਲ ਆਪਣੇ ਹੀ ਲੋਕਾਂ ਨੂੰ ਤੰਗ ਨਾ ਕਰਨ ਤਾਂ ਫਿਰ ਉਹ ਚੀਜ਼ਾਂ ਜਿਹੜੀਆਂ ਉਹਦਾ ਸਦਉਪਯੋਗ ਵੀ ਹੋ ਸਕਦਾ। ਪਰ ਕਿਉਂਕਿ ਸਾਡਾ ਮੁਲਕ ਭਾਰਤ ਹੈ, ਮਹਾਨ ਭਾਰਤ, ਉਹਦੇ ਵਿੱਚ ਕੁਝ ਵੀ ਸੰਭਵ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਕੱਲ ਨੂੰ ਫੇਰ ਕਰਦੇ ਹਾਂ ਗੱਲਬਾਤ। ਧੰਨਵਾਦ। ਸ਼ੁਕਰੀਆ ਜੀ। ਮਿਹਰਬਾਨੀ। ਮਿਹਰਬਾਨੀ।